प्रदीप सिंह तंजल। अज लैक्चर लैके आए ਆਪਾਂ विजुअल बेसिक एप्लीकेशन पे और ਇਹਦੇ ਵਿੱਚ ਅਸੀਂ मैथ एक्सप्रैशनस और मैथ फंक्शंस ਦੀ ਗੱਲ ਕਰਾਂਗੇ। मेरा नाम प्रदीप सिंह तंजल है। मैं ITI कपूरथला ਤੋਂ बिलोंग करता। तो मैं बहुत डिपार्टमेंट ऑफ टेक्निकल एजुकेशन एंड इंडस्ट्रियल ट्रेनिंग पंजाब ਤੋਂ। अनम्यूट कर लो जी, अनम्यूट कर लिया करो सर, अनम्यूट। ਅਸੀਂ ਗੱਲ ਕਰਾਂਗੇ ਮੈਥ ਐਕਸਪ੍ਰੈਸ਼ਨ ਦੀ। ਜਿਸ ਤਰ੍ਹਾਂ ਕੱਲ ਬਲਵਿੰਦਰ ਸਰ ਜੀ ਨੇ ਤੁਹਾਡਾ ਲੈਕਚਰ ਲਿਆ ਸੀਗਾ, ਉਹਦੇ ਵਿੱਚ ਅਸੀਂ ਕੰਪਿਊਟਰ ਆਪਰੇਟਰਸ ਨੂੰ ਕੰਪਿਊਟਰ ਆਪਰੇਟਰਸ ਦੇ ਵਿੱਚ प्रदीप जी अनम्यूट हो जाओ, अनम्यूट। जी सर अनम्यूट हो जाओ जी। ਪਰ ਕਲਾਸ ਦੇ ਵਿੱਚ ਕੀ ਕਰਦੇ ਹਾਂ, ਅਸੀਂ ਦੋ ਐਕਸਪ੍ਰੈਸ਼ਨ ਨੂੰ ਐਡ ਕਰਦੇ ਹਾਂ। ਸਭ ਨੂੰ ਪਤਾ ਹੀ ਹੈ ਕਿ ਅਸੀਂ ਵੈਰੀਏਬਲਸ ਕਿਸ ਤਰ੍ਹਾਂ ਵਿਜ਼ੂਅਲ ਬੇਸਿਕ ਦੇ ਵਿੱਚ, ਔਰ ਅਸੀਂ ਵਿਜ਼ੂਅਲ ਬੇਸਿਕ ਨੂੰ ਐਕਸਲ ਦੇ ਨਾਲ ਅਸੀਂ ਕੰਮ ਕਰਦੇ ਹਾਂ, ਰਾਈਟ। ਤੇ ਐਕਸਲ ਵਿਜ਼ੂਅਲ ਬੇਸਿਕ ਇਨ ਐਕਸਲ ਤੋਂ ਵਿਜ਼ੂਅਲ ਬੇਸਿਕ ਦੋਵੇਂ ਡਿਫਰੈਂਟ ਪਲੇਟਫਾਰਮਸ ਹੈਗੇ। ਜਦੋਂ ਅਸੀਂ ਵਿਜ਼ੂਅਲ ਬੇਸਿਕ ਨੂੰ ਐਕਸਲ ਦੇ ਨਾਲ ਯੂਜ਼ ਕਰਦੇ ਹਾਂ ਤਾਂ ਫਿਰ ਅਸੀਂ ਮਾਈਕਰੋਸ ਬਣਾਉਂਦੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਇਹਦੇ ਵਿੱਚ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਐਕਸਪ੍ਰੈਸ਼ਨ ਜਿਹੜੇ ਹੈਗੇ ਆ, ਮੈਥਮੈਟਿਕ ਐਕਸਪ੍ਰੈਸ਼ਨ ਹੈਗੇ ਆ, ਉਹਨਾਂ ਨੂੰ ਅਸੀਂ ਦੋ ਆਪਰੈਂਟਸ ਨੂੰ ਕੰਮ ਕਰਦੇ ਹਾਂ। ਦੋ ਆਪਰੈਂਟਸ ਨੂੰ ਐਡ ਕਰਨਾ, ਦੋ ਆਪਰੈਂਟਸ ਨੂੰ ਸਬਟ੍ਰੈਕਟ ਕਰਨਾ, ਦੋ ਆਪਰੈਂਟਸ ਨੂੰ ਮਲਟੀਪਲਾਈ ਕਰਨਾ ਐਂਡ ਟੂ ਆਪਰੈਂਟਸ ਨੂੰ ਡਿਵਾਈਡ ਐਂਡ ਮੋਡੂਲਸ ਕਰਨਾ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਜਦੋਂ ਅਸੀਂ ਵਿਜ਼ੂਅਲ ਬੇਸਿਕ ਦੇ ਵਿੱਚ ਕੈਲਕੂਲੇਟਰ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਮੈਥਮੈਟੀਕਲ ਕੈਲਕੂਲੇਸ਼ਨਸ ਕਰਦੇ ਹਾਂ, ਤਾਂ ਇਹ ਜਿਹੜੇ ਆਪਰੇਟਰਸ ਹੈਗੇ ਆ, ਇਹਨਾਂ ਦਾ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ। ਸੋ ਅਸੀਂ ਪ੍ਰੈਕਟੀਕਲ ਵੀ ਨਾਲ ਦੀ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗੇ। ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ। ਸੋ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਫੰਕਸ਼ਨ। ਸਭ ਤੋਂ ਪਹਿਲਾ ਫੰਕਸ਼ਨ ਸਾਡੇ ਕੋਲ ਹੈ APS ਫੰਕਸ਼ਨ। APS stands for absolute function, absolute value. In Excel Visual Basic, the absolute function return absolute value, यानी absolute value मतलब positive value। ਅਸੀਂ ਕੋਈ ਵੀ ਨੰਬਰ ਦੇਵਾਂਗੇ, ਅਸੀਂ ਮਾਈਨਸ ਨੰਬਰ ਦੇਵਾਂਗੇ, ਨੈਗੇਟਿਵ ਨੰਬਰ ਦੇਵਾਂਗੇ, पॉजिटिव वैल्यू ਦੇ ਵਿੱਚ ਕਨਵਰਟ ਕਰਕੇ ਦੱਸੇਗਾ। ਔਰ ਇਹਦਾ ਪ੍ਰੋਗਰਾਮ ਅਸੀਂ ਵੀ ਬਣਾਉਣੀ। ਮੇਰੀ ਸਕਰੀਨ ਨਹੀਂ ਸ਼ੇਅਰ ਹੋ ਰਹੀ मैडम, कोई हुआ है बेटा जी? मैं कर रही हूँ। ठीक है जी। हाँ जी नेक्स्ट। हाँ जी नेक्स्ट जी। हाँ जी ਇਹ ਵਾਲੀ ਸਲਾਈਡ ਤੁਸੀਂ ਦੇਖ ਰਹੇ ਹੋ, ਜਿਹਦੇ ਵਿੱਚ ਅਸੀਂ मैं फिर दोबारा वही गल करदा, सॉरी। ਇਹਦੇ ਵਿੱਚ ਅਸੀਂ ਆਪਰੇਟਰਸ ਦੇਖ ਰਹੇ ਹਾਂ, डिस्क्रिप्शन देख रहे हैं, एग्जांपल देख रहे हैं, तो आउटपुट देख रहे हैं। कल बलविंदर सर ने ऑपरेटर्स करवाए, ਉਹਦੇ ਵਿੱਚ ਅਸੀਂ प्लस माइनस एस्टेरिस्क साइन डिवीजन एक्सपोनेंटेशन एंड मोड ऑपरेटर्स प्लस ऑपरेटर टू ऑपरेंड्स ਨੂੰ ऐड करदा है, यानी 2 + 2 = 4। सेकंड ऑपरेटर है माइनस, ਜਿਹਨੂੰ ਅਸੀਂ ਸਬਸਟ੍ਰੈਕਸ਼ਨ ਵੀ ਬੋਲਦੇ ਹਾਂ। ਇਹਦੇ ਵਿੱਚ ਵੀ ਦੋ ਆਪਰੇਟਰਸ ਕੰਮ ਕਰਦੇ ਆ, ਆਪਰੈਂਡਸ ਕੰਮ ਕਰਦੇ ਆ।
5 minus 3 equal to 2। तीसरा मल्टीप्लिकेशन ਜਿਹਦੇ ਨਾਲ ਅਸੀਂ ਦੋ ਨੰਬਰ ਨੂੰ ਗੁਣਾ ਕਰਦੇ ਹਾਂ। ਔਰ ਚੌਥਾ ਹੈ ਡਿਵੀਜ਼ਨ, ਦੋ ਨੰਬਰਾਂ ਨੂੰ ਅਸੀਂ ਡਿਵਾਈਡ ਕਰਦੇ ਹਾਂ, ਦੋ ਐਕਸਪ੍ਰੈਸ਼ਨ ਨੂੰ ਡਿਵਾਈਡ ਕਰਦੇ ਹਾਂ। ਪੰਜਵਾਂ ਐਕਸਪੋਨੈਂਟੇਸ਼ਨ ਪਾਵਰ रेज टू दी पावर 2 दी पावर 3 यानी 8। और छेवां मोड, मोड की फाइंड करता वन ऑपरेंट्स डिवाइड विद सेकंड ऑपरेंट एंड सानू बाद विच की रिजल्ट आंदा रिमाइंडर, जिन्ना भी बाकी बचता हैगा ਜਦੋਂ ਅਸੀਂ ਦੋ ਨੰਬਰ ਨੂੰ ਡਿਵਾਈਡ ਕਰਦੇ ਹਾਂ, ਜਿਹੜਾ ਬਾਕੀ ਬਚਦਾ ਹੈਗਾ ਉਹਨੂੰ ਅਸੀਂ ਮੋਡ ਆਖਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਆਪਰੇਟਰਸ ਤੇ ਅਸੀਂ ਕਰਦੇ ਹਾਂ। ਹੁਣ ਸਟੂਡੈਂਟ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਸਰ ਅਰਥਮੈਟਿਕ ਆਪਰੇਟਰਸ ਕਿਵੇਂ ਕੰਮ ਆਉਂਦੇ ਨੇ, ਕਿਵੇਂ ਕੰਮ ਦਿੱਤੇ। ਇਹ ਜਿਹੜੇ ਆਪਰੇਟਰਸ ਹੈਗੇ ਆ, ਜਦੋਂ ਅਸੀਂ ਮੈਥਮੈਟਿਕਲ ਕੈਲਕੂਲੇਸ਼ਨਸ ਕਰਦੇ ਹਾਂ, ਫਾਈਨੈਂਸ਼ੀਅਲ ਕੈਲਕੂਲੇਸ਼ਨਸ ਕਰਦੇ ਹਾਂ ਐਕਸਲ ਦੇ ਅੰਦਰ, ਤਾਂ ਇਹ ਬਹੁਤ ਹੀ ਕੰਮ ਆਉਂਦੇ ਆ। ਇਹਨਾਂ ਨੂੰ ਅਸੀਂ ਕੈਲਕੂਲੇਟਰ ਡਿਜ਼ਾਈਨ ਕਰਨ ਦੇ ਵਿੱਚ ਮਦਦ ਲੈ ਸਕਦੇ ਇਹਨਾਂ ਦੀ। ਕੈਲਕੂਲੇਟਰ ਤੇ ਬਹੁਤ ਸਾਰੇ ਬਟਨਸ ਹੁੰਦੇ ਨੇ, 1 ਤੋਂ ਲੈ ਕੇ 10 ਤੱਕ ਗਿਣਤੀ, फिर इक्वल टू डिवीजन और बहुत सारे ਜਿਹੜੇ ਹੈਗੇ ਆ ਉਹ ਬਾਕੀ ਬੱਚੇ ਨੋਟ ਕਰ ਦਿਓ ਪਲੀਜ਼ ਮਾਈਕ ਸਾਇੰਟਿਫਿਕ ਕੈਲਕੂਲੇਸ਼ਨ ਵਾਸਤੇ ਉਹਨਾਂ ਵਿੱਚ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਇਹ ਟਾਈਮ ਟੂ ਟਾਈਮ। ਹੈਲੋ ਸਰ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸੈਕਿੰਡ ਸਲਾਈਡ, ਅਗਲੀ ਸਲਾਈਡ ਹੈ ਮੈਥ ਫੰਕਸ਼ਨ ਵੀਬੀ। ਸਰ ਬਾਕੀ ਬੱਚੇ ਨੇ ਅਨਮਿਊਟ ਕਰ ਦਿਓ। ਆਵਾਜ਼ ਆ ਰਹੀ ਸਰ ਤੁਹਾਡੀ। ਸਰ ਜੀ ਬਾਕੀ ਅਨਮਿਊਟ ਕਰ ਦਿਓ ਜੀ, ਬਾਕੀ ਅਨਮਿਊਟ ਕਰ ਦਿਓ ਸਰ ਬਾਕੀ ਨੂੰ। ਜੁੜਿਆ ਗਿਆ ਫਿਰ ਮਿਊਟ ਕਰ ਦਿਓ ਬਾਕੀ ਨੂੰ। ਹਾਂਜੀ ਠੀਕ ਹੈ ਬੱਚੋ, ਮਿਊਟ ਕਰ ਦੇਣੀ ਮੈਨੂੰ ਆਵਾਜ਼। ਹਾਂਜੀ ਮੈਥਮੈਟਿਕਲ ਫੰਕਸ਼ਨਸ। ਮੈਡਮ ਇੱਕ ਸਲਾਈਡ ਦਿਖਾ ਦਿਓ ਤੁਸੀਂ। ਬੁੱਗੇ ਮੈਗੀ ਲਿਆ ਯਾਰ, ਬਣ ਗਈ ਹੁਣ। ਉਹ ਭਰਾਵੋ ਚੁੱਪ ਕਰ ਦਿਓ, ਬਾਕੀ ਜਿਹੜੇ ਹੈਗੇ ਯਾਰ ਸੌਂਦਾ ਨਹੀਂ ਕੁਛ। नेक्स्ट स्लाइड साइड को है, मैं ਬੁੱਗੇ ਮੈਗੀ ਲਿਆ, ਬਣ ਗਈ ਹੋਣੀ। ਮੈਗੀ ਬਾਅਦ ਚ ਖਾ ਲਈ ਭਰਾ। ਯਾਰ ਮੈਗੀ ਵਾਲਾ ਕਿਹੜਾ ਵੀਰ ਯਾਰ ਚੁੱਪ ਕਰ ਜਾ, ਕਿਉਂ ਕਲਾਸ ਖਰਾਬ ਕਰਦਾ। ABS ਫੰਕਸ਼ਨ ਤੇ ਬੱਚੇ ਨਾਲ ਨਾਲ ਲਿਖਦੇ ਰਹਿਣਾ ਤੇ ਤੁਸੀਂ ਆਪਣੀ ਕਾਪੀ ਤੇ ਉਤਾਰਾ ਵੀ ਕਰਦੇ ਰਹੋ ਇਹਦਾ, ਤਾਂ ਕਿ ਤੁਹਾਨੂੰ ਇੱਥੇ ਰਵੇ। ਸਲਾਈਡ ਇੱਕ ਵਾਰੀ ਚੱਲ ਗਈ ਬਾਅਦ ਵਿੱਚ ਭੁੱਲ ਜਾਂਦਾ। ਸੋ ਮੈਗੀ ਚੱਕ ਇਹਦੇ ਅੰਦਰ ਅਸੀਂ ਪਹਿਲਾ ਫੰਕਸ਼ਨ ਕਰਾਂਗੇ ABS ਫੰਕਸ਼ਨ। In Excel Visual Basic application, the ABS function return the absolute value. Absolute मतलब positive value of given number. Syntax ਸਾਡੇ ਕੋਲ ਨੀਚੇ ਦਿੱਤਾ ਹੋਇਆ ABS ਬ੍ਰੈਕਟ ਵਿੱਚ ਨੰਬਰ। ਕੁਝ ਟੈਕਨੀਕਲ ਕਾਰਨਾਂ ਕਰਕੇ ਅਸੀਂ ਤੁਹਾਨੂੰ ਪ੍ਰੈਕਟੀਕਲ ਨਹੀਂ ਸ਼ੇਅਰ ਕਰ ਪਾ ਰਿਹਾ ਮੈਂ। ਸੋ ਤੁਸੀਂ ਇਹਦੇ ਵਿੱਚ ਪ੍ਰੋਗਰਾਮ ਵੀ ਮੈਂ ਲਿਖਿਆ ਹੋਇਆ ਮੈਗੀ ਲਿਆ, ਹੁਣ ਬਣ ਗਈ ਹੋਣੀ। ਤੁਸੀਂ ਆਪਣੇ ਕੋਡ ਵਿੰਡੋ ਦੇ ਲਿਖ ਦੇਣਾ ਹੈਗਾ। ਸੋ ਇਹ ਕੀ ਕਰਦਾ ਹੈ, ਜਿਹੜੀ ਵੀ ਵੈਲਿਊਜ਼ ਅਸੀਂ ਪਾਸ ਆਊਟ ਕਰਾਂਗੇ ਉਹ ਵੈਲਿਊ ਨੂੰ ਇਹ ਪੋਜ਼ਿਟਿਵ ਵੈਲਿਊ ਦੇ ਵਿੱਚ ਕਨਵਰਟ ਕਰਕੇ ਸਾਨੂੰ ਸ਼ੋ ਸਾਰੇ ਹੋਸਟ ਤੇ ਕੋ-ਹੋਸਟ ਨੂੰ ਛੱਡ ਕੇ ਮਿਊਟ ਕਰ ਦਿਓ, ਤਾਂ ਹੀ ਆਵਾਜ਼ ਸਮਝ ਆਊਗੀ। ਪ੍ਰਾਈਵੇਟ ਸਬ ਕਮਾਂਡ ਬਟਨ ਕਲਿੱਕ ਤੇ ਆਵਾਜ਼ ਨਹੀਂ ਆ ਰਹੀ ਸਰ। ਇਹ ਇਟ ਇਜ਼ ਹੰਬਲ ਰਿਕੁਐਸਟ ਟੂ ਆਲ, ਪਲੀਜ਼ ਆਪਣੇ ਆਪ ਨੂੰ ਮਿਊਟ ਕਰ ਲਓ। ਜੇ ਸਰ ਨਹੀਂ ਮਿਊਟ ਕਰ ਪਾ ਰਹੇ ਤੁਹਾਨੂੰ, ਤੁਸੀਂ ਆਪਣੇ ਆਪ ਨੂੰ ਸਾਰੇ ਸੈਲਫ ਮਿਊਟ ਕਰ ਲਓ, ਤਾਂ ਕਿ ਬਾਕੀਆਂ ਨੂੰ ਡਿਸਟਰਬੈਂਸ ਤਾਂ ਨਾ। ਹਾਂਜੀ ਹਾਂਜੀ, ਵਿੱਚ ਆਵਾਜ਼ ਕੱਟ ਕੇ ਆਦੀ ਜੀ। ਤਾਂ ਸੋ bracket 1 comma 1 row and 1 column, bracket 1 equal to ABS ब्रैकेट शुरू -100 ब्रैकेट बंद और एंड सब। जो मैं कमांड बटन ਤੇ ਕਲਿੱਕ ਕਰੂੰਗਾ ਤਾਂ ਇਹ ਕੀ ਹੋਵੇਗਾ ਕਿ ਪਹਿਲੇ ਸੈੱਲ ਦੇ ਵਿੱਚ ਤੁਹਾਡੀ ਐਕਸਲ ਸ਼ੀਟ ਦੇ ਪਹਿਲੇ ਸੈੱਲ ਦੇ ਵਿੱਚ ਪੋਜ਼ਿਟਿਵ ਵੈਲਿਊ 100 ਡਿਸਪਲੇ ਹੋ ਜਾਏਗੀ। ਰਾਈਟ, ਮੈਂ ਕੁਝ ਕਾਰਨਾਂ ਕਰਕੇ ਤੁਹਾਡੇ ਨਾਲ ਪ੍ਰੈਕਟੀਕਲ ਨਹੀਂ ਸ਼ੇਅਰ ਕਰ ਪਾ ਰਿਹਾ। ਜੇ ਸ਼ੇਅਰ ਕਰ ਪਾਉਂਦਾ ਤਾਂ ਮੈਂ ਹੋਰ ਵੀ ਬਹੁਤ ਕੁਝ ਦੱਸ ਪਾਉਂਦਾ ਤੁਹਾਨੂੰ। ਸੋ
ਇਸ ਕਰਕੇ ਤੁਸੀਂ ਇਹ ਨੋਟ ਕਰ ਲੈਣਾ ਆਪਣੀ ਕਾਪੀ ਦੇ ਉੱਤੇ, ਸੇਮ ਐਜ਼ ਇਟ ਇਜ਼ ABS ਫੰਕਸ਼ਨ, ਉਹਦਾ ਕੀ ਡੈਫੀਨੇਸ਼ਨ ਹੈ, ਉਹਦਾ ਪ੍ਰੋਗਰਾਮ ਅਸੀਂ ਕਿਸ ਤਰ੍ਹਾਂ ਲਿਖਣਾ। ਫਿਰ ਜਦੋਂ ਤੁਸੀਂ ਡਿਵੈਲਪਰ ਟੂਲ ਦੇ ਵਿੱਚ ਜਾਂਦੇ ਹੋ ਐਕਸਲ ਦੇ ਅੰਦਰ, ਡਿਵੈਲਪਰ ਟੂਲ ਵਿੱਚ ਜਾ ਕੇ ਕੋਡ ਵਿੰਡੋ ਜਾਣਾ ਹੈ, ਤੁਸੀਂ ਕੋਡ ਵਿੰਡੋ 'ਚ ਇਹਨੂੰ ਐਜ਼ ਇਟ ਇਜ਼ ਲਿਖ ਸਕਦੇ ਹੋ, ਲਿਖ ਕੇ ਤੁਸੀਂ ਇਹਦਾ ਆਊਟਪੁੱਟ ਦੇਖ ਸਕਦੇ ਹੋ। ਜੇ ਤੁਸੀਂ ਸੈੱਲ ਵਿੱਚ ਆਊਟਪੁੱਟ ਨਹੀਂ ਦੇਖਣਾ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਇੱਕ ਵੈਰੀਏਬਲ ਲੈ ਲਓ dim a as a integer, a equal to ABS ब्रैकेट शुरू -100 ब्रैकेट बंद मैसेज बॉक्स A, फिर ਤੁਹਾਡੇ ਮੈਸੇਜ ਬਾਕਸ ਦੇ ਵਿੱਚ ਸਿੱਧਾ ਹੀ ਸ਼ੋ ਹੋ ਜਾਏਗਾ। ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਔਖੀ ਗੱਲ ਨਹੀਂ ਹੈ। ਨੰਬਰ 2, ਦੂਸਰਾ ਸਾਡੇ ਕੋਲ ਜਿਹੜਾ ਫੰਕਸ਼ਨ ਹੈ EXP function, exponentation. The EXP function of a number x is the x of e raised to the power x. Syntax नीचे ਦਿੱਤਾ ਹੋਇਆ ਹੈ ਤੁਹਾਡੇ ਕੋਲ, ਬੜਾ ਸੌਖਾ ਹੈ। ਇੱਕ ਫੰਕਸ਼ਨ ਲਿਖਣਾ, ਉਹਦੇ ਵਿੱਚ ਇੱਕ ਨੰਬਰ ਪਾਸ ਕਰਨਾ, ਸਿਰਫ ਅਸੀਂ ਹੋਰ ਕੁਝ ਨਹੀਂ ਕਰਨਾ, ਠੀਕ ਹੈ ਜੀ। ਇਹਦੀ ਜੇ ਬੇਸਿਕਲੀ ਗੱਲ ਦੇਖੀਏ, this function return mathematically constant, the base of natural logarithm. Natural logarithm ਨੂੰ ਇਹ ਰਿਟਰਨ ਕਰਵਾਏਗਾ, right? Raised to the power supplied power. So ਜਦੋਂ ਵੀ ਅਸੀਂ ਇਹਦੇ ਵਿੱਚ ਨੰਬਰ ਪਾਸ ਕਰਾਂਗੇ, ਕੋਈ ਵੀ ਨੰਬਰ ਪਾਸ ਕਰਾਂਗੇ, ਤਾਂ ਇਹਦੀ ਵੀ ਇੱਕ ਲਿਮਿਟ ਹੈ। ਤੁਸੀਂ 706.78271289 ਤੱਕ ਨੰਬਰ ਹੀ ਪਾਸ ਕਰ ਸਕਦੇ ਹੋ। ਜੇ ਤੁਸੀਂ ਇਸ ਤੋਂ ਜ਼ਿਆਦਾ ਨੰਬਰ ਪਾਸ ਕਰਦੇ ਹੋ ਤਾਂ ਵਿਜ਼ੂਅਲ ਬੇਸਿਕ ਕੀ ਕਰੇਗਾ, ਐਰਰ ਅਰਾਈਜ਼ ਕਰੇਗਾ, 1004 ਨੰਬਰ ਐਰਰਸ ਦੇ ਐਰੇ ਅਰਾਈਜ਼ ਕਰ ਦੇਗਾ, ਤੁਹਾਡਾ ਪ੍ਰੋਗਰਾਮ ਰਨ ਨਹੀਂ ਹੋਏਗਾ। ਸੋ ਇਸ ਕਰਕੇ ਇਸ ਨੰਬਰ ਤੋਂ ਯਾਨੀ 706 ਨੰਬਰ ਤੋਂ ਨੀਚੇ ਤੁਸੀਂ ਨੈਚੁਰਲ ਲੋਗਰਿਥਮ ਨੂੰ ਦੇਖਣਾ ਹੋਵੇ ਤਾਂ ਇਹ ਤੁਸੀਂ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹੋ। ਇਹ ਜਿਹੜੀ ਫੰਕਸ਼ਨਸ ਹੈਗੇ ਜਿਹੜੇ ਮੈਂ ਕਰਵਾ ਰਿਹਾ, ਹੁਣ ਸਟੂਡੈਂਟ ਦੇ ਦਿਮਾਗ ਦੇ ਵਿੱਚ ਕਈ ਵਾਰੀ ਆਉਂਦਾ ਹੈ ਕਿ ABS ਫੰਕਸ਼ਨ ਕਿੱਥੇ ਯੂਜ਼ ਹੋਵੇਗਾ, ਐਕਸਪੋਨੈਂਟੇਸ਼ਨ ਫੰਕਸ਼ਨ ਕਿੱਥੇ ਯੂਜ਼ ਹੋਏਗਾ। ਸਭ ਤੋਂ ਪਹਿਲਾਂ ਮੈਂ ਦੱਸਦਾ ਸਟੂਡੈਂਟਸ ਕਿ ABS ਫੰਕਸ਼ਨ ਮੰਨ ਕੇ ਚੱਲਦੇ ਆ ਕਿ ਇੱਕ ਸਾਡੇ ਕੋਲ ਕੰਪਨੀ ਹੈ, ਕੰਪਨੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਸਾਰਿਆਂ ਨੇ ਕੰਮ ਕਰਨਾ ਹੈ, ਪੜ੍ਹ ਕੇ ਲੱਗਣਾ ਕਿਤੇ ਨਾ ਕਿਤੇ, ਤੁਸੀਂ ਐਕਸਲ ਵਿੱਚ ਕੰਮ ਕਰ ਰਹੇ ਹੋ, ਉਹਦੇ ਵਿੱਚ ਡਾਟਾਬੇਸ ਵੀ ਐਂਟਰ ਕਰਦੇ ਹੋ, ਡਾਟਾਬੇਸ ਡਿਜ਼ਾਈਨ ਕਰਦੇ ਹੋ, ਠੀਕ ਹੈ ਜੀ। ਉਹਦੇ ਵਿੱਚ ਸੀਰੀਅਲ ਨੰਬਰ ਹੁੰਦਾ ਹੈ, ਪ੍ਰੋਡਕਟ ID ਹੁੰਦੀ ਹੈ, ਫਿਰ ਅਸੀਂ ਸੇਲ ਕਿੰਨੀ ਕੀਤੀ ਹੈ, ਸੇਲ ਸਾਡੀ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ, ਸਾਡੀਆਂ ਲਾਇਬਿਲਿਟੀਜ਼ ਨੇ, ਠੀਕ ਹੈ ਜੀ, ਕਿੰਨੀਆਂ ਦੇਣਦਾਰੀਆਂ ਨੇ, ਕਿੰਨੀਆਂ ਘਟ ਗਈਆਂ ਨੇ, ਕਿੰਨੀਆਂ ਹੈਗੀਆਂ ਨੇ, ਇਹਨਾਂ ਚੀਜ਼ਾਂ ਨੂੰ ਅਸੀਂ ਇਹਨਾਂ ਉੱਤੇ ਵਰਕ ਕਰਦੇ ਹਾਂ। ਸਪੋਜ਼ ਮੰਨ ਲਓ ਸਾਡਾ ਜਿਹੜਾ ਗ੍ਰਾਫ ਹੈ, ਸਪੋਜ਼ ਰੈਵਨਿਊ ਗ੍ਰਾਫ ਹੈ ਸਾਡਾ 2-3 ਮਹੀਨਿਆਂ ਤੋਂ ਨੈਗੇਟਿਵ ਜਾ ਰਿਹਾ, ਨੈਗੇਟਿਵ ਵੈਲਿਊਜ਼ ਆ ਰਹੀਆਂ, ਠੀਕ ਹੈ ਜੀ। ਬੌਸ ਕਹਿੰਦਾ ਹੈ ਕਿ ਇਸ ਨੈਗੇਟਿਵ ਵੈਲਿਊ ਨੂੰ ਤੁਸੀਂ ਕਨਵਰਟ ਕਰਕੇ ਮੈਨੂੰ ਪੋਜ਼ਿਟਿਵ ਵੈਲਿਊ ਦਿਖਾਓ, ਠੀਕ ਹੈ ਜੀ। ਇਨ ਪ੍ਰੈਕਟੀਕਲ ਤਾਂ ਹੈਗਾ ਹੀ ਆ, ਇੱਕ ਮੈਥਡ ਹੈਗਾ ਸਾਡੇ ਕੋਲ ABS ਨੂੰ ਕਲਿੱਕ ਕੀਤਾ, ਸਾਰੇ ਸਿਲੈਕਟ ਕੀਤੇ, ਉਹਨਾਂ ਨੂੰ ਕਨਵਰਟ ਕਰਤਾ ਅਸੀਂ ਪੋਜ਼ਿਟਿਵ ਵੈਲਿਊ। ਬੌਸ ਕਹਿੰਦਾ ਹੈ ਕਿ ਮੈਂ 6ਵੇਂ ਮਹੀਨੇ ਤੁਹਾਡੇ ਕੋਲ ਇਹ ਜਿਹੜੀਆਂ ਵੈਲਿਊਜ਼ ਹੈਗੀਆਂ ਇਹ ਪੋਜ਼ਿਟਿਵ ਦੇਖਣਾ ਚਾਹੁੰਦਾ ਹਾਂ, ਠੀਕ ਹੈ ਜੀ। ਮੰਨ ਲਓ 6ਵੇਂ ਮਹੀਨੇ ਤੁਹਾਡੀਆਂ ਉਹ ਵੈਲਿਊਜ਼ ਪੋਜ਼ਿਟਿਵ ਆ ਗਈਆਂ, ਤਾਂ ਉਹਦੇ ਨਾਲ ਦੀ ਨਾਲ ਤੁਹਾਡਾ ਰਿਕਾਰਡ ਵੀ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤਰੀਕਾ ਕੀ ਹੈ ਕਿ ਤੁਸੀਂ ਕੱਲੀ ਵੈਲਿਊ ਨੂੰ ਪੋਜ਼ਿਟਿਵ ਐਂਟਰ ਕਰ ਦਿਓ। ਦੂਸਰਾ ਤਰੀਕਾ ਕੀ ਹੈ ਕਿ ਤੁਸੀਂ ABS ਫੰਕਸ਼ਨ ਨੂੰ ਯੂਜ਼ ਕਰਕੇ ਸਾਰੀਆਂ ਵੈਲਿਊਜ਼ ਨੂੰ ਇੱਕੋ ਵਾਰੀ ਕਨਵਰਟ ਕਰਕੇ ਉਹਨੂੰ ਪੋਜ਼ਿਟਿਵ ਕਰ ਦਿਓ। ਇੱਕ ਤਾਂ ਇਹ ਤਰੀਕਾ ਹੈ। ਦੂਸਰਾ, ਕਈ ਵਾਰੀ ਇੱਕ ਅਸੀਂ ਕੈਲਕੂਲੇਟਰ ਡਿਜ਼ਾਈਨ ਕਰਦੇ ਹਾਂ, ਉਹਦੇ ਅੰਦਰ ਅਸੀਂ ਕਈ ਵਾਰੀ ਨੈਗੇਟਿਵ ਵੈਲਿਊ ਆ ਜਾਂਦੀ ਹੈ, ਉਹਨੂੰ ਪੋਜ਼ਿਟਿਵ ਵਿੱਚ ਕਨਵਰਟ ਕਰਨਾ ਹੋਵੇ ਤਾਂ ਇਹ ਮੈਥਡ ਕੰਮ ਆਉਂਦਾ ਹੈ। ਜਿੱਥੇ ਅਸੀਂ ਨੈਚੁਰਲ ਲੋਗਰਿਥਮ ਨੂੰ ਫਾਈਂਡ ਕਰਨਾ ਹੋਵੇ ਉੱਥੇ ਐਕਸਪੋਨੈਂਟੇਸ਼ਨ ਫੰਕਸ਼ਨ ਕੰਮ ਆਉਂਦਾ ਹੈ। ਸੋ ਨੈਕਸਟ ਸਲਾਈਡ ਸਾਡੇ ਕੋਲ ਹੈ, ਨੈਕਸਟ ਸਲਾਈਡ ਮੇਰੇ ਕੋਲ ਹੈ ਜਿਹਦੇ ਵਿੱਚ ਅਸੀਂ ਤੀਸਰੇ ਨੰਬਰ ਦਾ ਫੰਕਸ਼ਨ ਯੂਜ਼ ਕਰਦੇ ਹਾਂ, int function, ਜਿਹਨੂੰ ਅਸੀਂ ਬੋਲਦੇ ਇੰਟੀਜ਼ਰ। Integer is the function that converts a number into one integer by truncating its decimal part, and the result integer is the largest integer that is smaller than the number.
ਸਿੰਟੈਕਸ ਨੀਚੇ ਹੈ, ਸਿੰਟੈਕਸ ਬਹੁਤ ਸੌਖਾ ਹੈ। ਇੰਟ ਬ੍ਰੈਕਟ ਦੇ ਵਿੱਚ ਅਸੀਂ ਨੰਬਰ ਪਾਸ ਕੀਤਾ ਹੋਇਆ। ਦੂਸਰੇ ਬੰਨੇ ਮੈਂ ਐਗਜ਼ਾਮਪਲ ਵੀ ਦਿੱਤੀ ਹੋਈ ਹੈ, ਇਸੇ ਕਰਕੇ ਮੈਂ ਐਗਜ਼ਾਮਪਲਸ ਦਿੱਤੀਆਂ ਸੀ। ਜੇ ਕੋਈ ਟੈਕਨੀਕਲ ਪ੍ਰੋਬਲਮ ਆ ਜਾਵੇ ਤਾਂ ਤੁਸੀਂ ਐਗਜ਼ਾਮਪਲਸ ਨੂੰ ਨੋਟ ਕਰਕੇ ਤੁਸੀਂ ਕਰ ਸਕਦੇ ਹੋ। ਜਿੱਦਾਂ ਐਗਜ਼ਾਮਪਲ ਦੇ ਵਿੱਚ ਮੈਂ ਦਿਖਾਇਆ ਗਿਆ ਹੈ ਕਿ ਸੈਲਸ ਬ੍ਰੈਕਟ ਵਿੱਚ 1,1 ਇਕੁਅਲ ਟੂ ਇੰਟ 2.4, cells bracket शुरू 2,1 equal to integer 4.8। ਇਹ ਕੀ ਕਰੇਗਾ, ਇਹ ਦੋਨਾਂ ਸੈਲਾਂ ਵਿੱਚ ਕੀ ਡਿਸਪਲੇ ਕਰਾਏਗਾ। ਪਹਿਲੇ ਸੈੱਲ ਦੇ ਵਿੱਚ ਕੀ ਡਿਸਪਲੇ ਹੋਗਾ 2 ਐਂਡ ਸੈਕੰਡ ਸੈੱਲ ਦੇ ਵਿੱਚ ਕੀ ਹੋਏਗਾ ਡਿਸਪਲੇ 4। ਠੀਕ ਹੈ ਜੀ। ਇਹਦਾ ਕੰਮ ਸਿਰਫ ਇਹੀ ਹੈ ਕਿ ਇਹ ਡੈਸੀਮਲ ਪੁਆਇੰਟਸ ਨੂੰ ਟਰੰਕੇਟ ਕਰ ਦਿੰਦਾ। ਟਰੰਕੇਟ ਕਰ ਮਤਲਬ ਉਤਾਰ ਦਿੰਦਾ, ਲਾ ਦਿੰਦਾ, यानी बिना डेसिमल पॉइंट्स तो ये नंबर ਨੂੰ ਸ਼ੋ ਕਰੇਗਾ। ਸੋ ਇੱਕ ਫੰਕਸ਼ਨ ਹੁੰਦਾ ਪਾਸ ਇੰਟ, PARSEINT, ਪਾਸ ਇੰਟ। ਜਦੋਂ ਤੁਸੀਂ ਅੱਗੇ ਇਨਪੁਟ ਬਾਕਸ ਯੂਜ਼ ਕਰੋਗੇ ਫਾਰ ਇਨਪੁਟਿੰਗ, ਜਦੋਂ ਤੁਸੀਂ ਇਨਪੁਟ ਬਾਕਸ ਯੂਜ਼ ਕਰੋਗੇ ਤਾਂ ਉਹਦੇ ਵਿੱਚ ਅਸੀਂ ਕੋਈ ਵੀ ਨੰਬਰ ਜਦੋਂ ਐਂਟਰ ਕਰਾਂਗੇ, these number treated as text। ਜਦੋਂ ਅਸੀਂ ਉੱਤੇ ਕੋਈ ਪਰਫਾਰਮ ਕਰਾਂਗੇ, ਸਪੋਜ਼ ਪਹਿਲਾਂ ਮੈਂ ਇੱਕ ਨੰਬਰ ਐਂਟਰ ਕੀਤਾ 2 ਇਨਪੁਟ ਬਾਕਸ ਦੇ ਵਿੱਚ, ਉਹ ਚਲੇ ਗਿਆ ਇੱਕ ਵੈਰੀਏਬਲ ਦੇ ਵਿੱਚ। ਦੂਸਰਾ ਨੰਬਰ ਐਂਟਰ ਕੀਤਾ, ਉਹ ਵੀ ਇੱਕ ਵੈਰੀਏਬਲ ਦੇ ਵਿੱਚ ਚਲਾ ਗਿਆ। ਮੈਂ ਜਦੋਂ ਦੋ ਨੰਬਰਾਂ ਨੂੰ ਐਡ ਕਰਨ ਦੀ ਕੋਸ਼ਿਸ਼ ਕਰਾਂਗਾ, ਐਡੀਸ਼ਨ ਐਕਸਪ੍ਰੈਸ਼ਨ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗਾ, ਤਾਂ ਉਹ ਦੋ ਨੰਬਰ ਕਨਕੈਟ ਹੋ ਜਾਣਗੇ, ਆਪਸ ਵਿੱਚ ਜੁੜ ਜਾਣਗੇ, ਪਲੱਸ ਨਹੀਂ ਹੋਣਗੇ। ਇੱਕ ਗੱਲ ਸਮਝ ਰਹੇ ਹੋ। ਜਦੋਂ ਅਸੀਂ ਇਨਪੁਟ ਬਾਕਸ ਯੂਜ਼ ਕਰਾਂਗੇ, ਇਨਪੁਟ ਬਾਕਸ ਦੇ ਵਿੱਚ ਜਿਹੜਾ ਵੀ ਅਸੀਂ ਨੰਬਰ ਐਂਟਰ ਕਰਦੇ ਹਾਂ, ਬਾਈ ਡਿਫਾਲਟ ਉਹਦੀ ਪੋਜੀਸ਼ਨ ਕੀ ਹੁੰਦੀ ਹੈ, ਟੈਕਸਟ ਫਾਰਮੈਟ ਹੁੰਦਾ, ਉਹ ਟੈਕਸਟ ਪੋਜੀਸ਼ਨ ਹੁੰਦੀ ਹੈ। ਜਦੋਂ ਵੀ ਉਸ ਟੈਕਸਟ ਪੋਜੀਸ਼ਨ ਨੂੰ ਅਸੀਂ ਐਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਆਪਸ ਵਿੱਚ ਜੁੜ ਜਾਣਗੇ, ਐਡ ਨਹੀਂ ਹੋਣਗੇ। ਮੰਨ ਲਓ ਫਰਜ਼ ਕਰੋ ਮੈਂ ਇਨਪੁਟ ਬਾਕਸ ਵਿੱਚ ਪਹਿਲਾਂ 2 ਐਂਟਰ ਕੀਤਾ, ਓਕੇ ਕਰਤਾ। ਦੂਸਰਾ ਇਨਪੁਟ ਬਾਕਸ ਆਇਆ, ਉਹਦੇ ਵਿੱਚ 2 ਐਂਟਰ ਕੀਤਾ, ਓਕੇ ਕਰਤਾ। ਤੇ ਜਦੋਂ ਮੈਂ ਪਲੱਸ ਕੀਤਾ ਤਾਂ ਉਹ ਕੀ ਹੋ ਗਿਆ, 22 ਬਣ ਗਿਆ। ਜਦ ਕੀ ਹੋਣਾ ਚਾਹੀਦਾ ਸੀਗਾ, ਉਹਦਾ ਆਨਸਰ ਹੋਣਾ ਚਾਹੀਦਾ 4, ਉਹ 22 ਬਣ ਗਿਆ। ਸੋ ਇਸ ਕਰਕੇ ਇਹ ਵੀ ਇੱਕ ਫੰਕਸ਼ਨ ਹੈ, ਪਾਸ ਇੰਟ ਫੰਕਸ਼ਨ, ਜਿਹੜਾ ਕਿ ਟੈਕਸਟ ਵੈਲਿਊ ਨੂੰ ਇੰਟੀਜਰ ਵੈਲਿਊ ਵਿੱਚ ਕਨਵਰਟ ਕਰਦਾ ਹੈ। ਸੋ ਇਹ ਜਿਹੜਾ ਫੰਕਸ਼ਨ ਹੈ, ਇੰਟ ਫੰਕਸ਼ਨ ਜਿਹੜਾ ਹੈ, ਇਹ ਸਿਰਫ ਕੀ ਕੰਮ ਕਰਦਾ ਹੈ, ਡੈਸੀਮਲ ਪੁਆਇੰਟਸ ਨੂੰ ਹਟਾ ਕੇ ਇੱਕ ਇੰਟੀਜਰ ਵੈਲਿਊ ਨੂੰ ਸ਼ੋ ਕਰਦਾ ਹੈ। ਸੋ ਇੱਥੇ ਸੈੱਲ 1,1 यानी 1 रो 1 कॉलम, ਸੈੱਲ 2,1 2 रो 1 कॉलम। ਇਸ ਤਰੀਕੇ ਨਾਲ ਅਸੀਂ ਐਕਸਲ ਦੀ ਮਦਦ ਲੈਣੀ ਆ। ਠੀਕ ਹੈ ਜੀ। ਕੁਝ ਸਟੂਡੈਂਟ ਇਹਨੂੰ ਸਮਝ ਰਹੇ ਆ ਵਿਜ਼ੂਅਲ ਬੇਸਿਕ.net, ਕੁਝ ਸਟੂਡੈਂਟ ਸਮਝ ਰਹੇ ਆ ਵਿਜ਼ੂਅਲ ਬੇਸਿਕ ਹੈ। ਵਿਜ਼ੂਅਲ ਬੇਸਿਕ ਨੂੰ ਅਸੀਂ ਐਜ਼ ਏ ਐਪਲੀਕੇਸ਼ਨ ਲੈਵਲ ਤੇ ਪ੍ਰੋਗਰਾਮਿੰਗ, we can use the programming as application level within the Excel or PowerPoint and SS। ਇਹਨੂੰ ਅਸੀਂ use ਕਰ ਸਕਦੇ ਹਾਂ ਕਿ for to modify your work, ਆਪਣੇ ਕੰਮ ਨੂੰ ਮੋਡੀਫਾਈ ਕਰਨ ਵਾਸਤੇ, ਆਪਣੀ ਸੁਵਿਧਾਵਾਂ ਨੂੰ ਵਧਾਉਣ ਵਾਸਤੇ, ਕਿ ਤਾਂ ਕਿ ਕੰਮ ਸੌਖਾ ਹੋ ਜਾਵੇ ਐਕਸਲ ਦੇ ਵਿੱਚ ਕਰਨਾ। ਜਿਹੜਾ ਕੰਮ ਅਸੀਂ ਘੰਟੇ 'ਚ ਕਰਨਾ, ਉਹ ਅਸੀਂ 10 ਮਿੰਟ ਵਿੱਚ ਕਰ ਸਕਦੇ ਹਾਂ। ਸੋ ਨੈਕਸਟ ਫੰਕਸ਼ਨ ਸਾਡੇ ਕੋਲ ਹੈ ਫਿਕਸ ਫੰਕਸ਼ਨ। ਇਹ ਵੀ ਇੱਕ ਦੂਸਰੀ ਫਾਰਮ ਹੈ ਇੰਟ ਫੰਕਸ਼ਨ ਦੀ। ਕੰਮ ਇਹ ਵੀ ਦੋਵੇਂ ਸੇਮ ਕਰਦੇ ਆ, ਇੰਟੀਜਰ ਯੂਜ਼ ਕਰ ਲਓ, ਫਿਕਸ ਯੂਜ਼ ਕਰ ਲਓ, ਇਹ ਦੋਵਾਂ ਦਾ ਕੰਮ ਸੇਮ ਹੀ ਹੈ। ਰਿਜ਼ਲਟ ਵਿਲ ਸੇਮ, both function produce result same as integer। ਸੋ ਦੋਵੇਂ ਜਿਹੜੇ ਫੰਕਸ਼ਨਸ ਹੈਗੇ ਆ, ਉਹ ਰਿਜ਼ਲਟ ਜਿਹੜਾ ਹੈਗਾ ਵਾ ਉਹ ਸੇਮ ਪ੍ਰੋਡਿਊਸ ਕਰਨਗੇ। ਇਹ ਵੀ ਡੈਸੀਮਲ ਪੁਆਇੰਟਸ ਨੂੰ ਟਰੰਕੇਟ ਕਰਕੇ ਇੱਕ ਨੰਬਰ ਨੂੰ ਡਿਸਪਲੇ ਕਰਵਾ ਦਿੰਦਾ। ਜਿੱਦਾਂ ਅਸੀਂ ਐਗਜ਼ਾਮਪਲ ਲਈ ਇੱਥੇ cells 1,1 fix 2.4, cells 2,1 equal to fix 4.8। So next slide ਸਾਡੇ ਕੋਲ ਹੈ the R and D function।
R&D stands for random function। ਇਹ ਕੀ ਕਰਦਾ ਹੈ 0 ਤੇ 1 ਦੇ ਵਿੱਚ ਜਿਹੜੀਆਂ ਵੈਲਿਊਜ਼ ਆਉਂਦੀਆਂ ਨੇ 0 ਐਂਡ 1 ਦੇ ਵਿੱਚ ਜਿੰਨੀਆਂ ਵੀ ਵੈਲਿਊਜ਼ ਆਉਣੀਆਂ ਰੈਂਡਮਲੀ ਸ਼ੋ ਕਰਦਾ। ਹੁਣ ਸਟੂਡੈਂਟ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਉੱਠਦੇ ਨੇ, ਸਰ ਜੀ ਰੈਂਡਮ ਵੈਲਿਊ ਕਿੱਥੇ ਆਉਂਦੀਆਂ ਨੇ, ਰੈਂਡਮ ਵੈਲਿਊ ਕਿੱਥੇ ਯੂਜ਼ ਹੁੰਦੀਆਂ ਨੇ, ਰੈਂਡਮ ਵੈਲਿਊ ਕਿਉਂ ਜ਼ਰੂਰਤ ਪੈਂਦੀ ਹੈ। ਸਭ ਤੋਂ ਪਹਿਲਾਂ ਜਦੋਂ ਅਸੀਂ ਵੈਦਰ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਵੈਦਰ ਡਿਪਾਰਟਮੈਂਟ ਦੇ ਵਿੱਚ ਅਸੀਂ ਬਹੁਤ ਸਾਰਾ ਡਾਟਾ ਨੈਨੋ ਸੈਕਿੰਡਸ ਵਿੱਚ ਅਪਡੇਟ ਹੁੰਦਾ ਹੈ, ਔਰ ਜਿਹੜਾ ਵੀ ਡਾਟਾ ਆਉਂਦਾ ਉਹ ਰੈਂਡਮਲੀ ਡਾਟਾ ਆਉਂਦਾ, ਜਿਹੜਾ ਵੀ ਡਾਟਾ ਆ ਰਿਹਾ ਰੈਂਡਮਲੀ। ਹੁਣ ਬਦਲਿਆ, ਘੰਟੇ ਬਾਅਦ ਧੁੱਪ ਆ, 2 ਮਿੰਟ ਬਾਅਦ ਫਿਰ ਛਾਂ ਆ, ਵੀ ਮਤਲਬ ਮਿਲੀ ਸੈਕਿੰਡਸ ਦੇ ਵਿੱਚ ਜਿਹੜਾ ਹੈਗਾ ਤਾਪਮਾਨ ਬਦਲਦਾ, ਮਿਲੀ ਸੈਕਿੰਡਸ ਦੇ ਵਿੱਚ ਵਾਤਾਵਰਨ ਬਦਲਦਾ। ਇਸੇ ਤਰੀਕੇ ਨਾਲ ਸੁਪਰ ਕੰਪਿਊਟਰ ਜਿਹੜੇ ਹੈਗੇ ਆ ਉਹ ਰੈਂਡਮਲੀ ਨੰਬਰਸ ਜਨਰੇਟ ਕਰਦੇ ਆ, ਰੈਂਡਮਲੀ ਡਾਟਾ ਪ੍ਰੋਡਿਊਸ ਕਰਦੇ ਆ। ਉਸ ਜਗ੍ਹਾ ਤੇ ਅਸੀਂ ਇਹੋ ਜਿਹੇ ਮੈਥਡਸ ਨੂੰ ਯੂਜ਼ ਕਰਦੇ ਆ। ਇਹ ਬਹੁਤ ਛੋਟੇ ਲੈਵਲ ਤੇ ਮੈਥਡ ਆ, ਉੱਥੇ ਬਹੁਤ ਹਾਈ ਲੈਵਲ ਤੇ ਮੈਥਡ ਜਿਹੜੇ ਹੈਗੇ ਯੂਜ਼ ਕਰਦੇ ਆ ਰੈਂਡਮ ਵੈਲਿਊ ਪ੍ਰੋਡਿਊਸ ਕਰਨ ਵਾਸਤੇ। ਦੂਸਰਾ, ਜਦੋਂ ਆਨਲਾਈਨ ਲੋਟਰੀ ਸਿਸਟਮ ਹੁੰਦਾ ਉਹਦੇ ਵਿੱਚ ਵੀ ਰੈਂਡਮ ਨੰਬਰ ਹੀ ਪ੍ਰੋਡਿਊਸ ਹੁੰਦਾ, ਰੈਂਡਮ ਨੰਬਰ ਪ੍ਰੋਡਿਊਸ ਬਾय ਦਾ ਰੈਂਡਮ ਮੈਥਡ, ਰੈਂਡਮ ਫੰਕਸ਼ਨ। ਜਦੋਂ ਵੀ ਰੈਂਡਮ ਫੰਕਸ਼ਨ ਯੂਜ਼ ਹੋਏਗਾ ਇਹਦਾ ਮਤਲਬ ਆਪਣੇ ਦਿਮਾਗ ਦੇ ਵਿੱਚ ਸੋਚ ਕਰ ਲਓ ਕਿ ਇੱਕ ਰੈਂਡਮ ਨੰਬਰ ਆਏਗਾ, ਪਤਾ ਨਹੀਂ ਕਿਹੜਾ ਹੋਏਗਾ। ਠੀਕ ਹੈ ਜੀ। ਸੋ ਇਹਦੇ ਵਿੱਚ ਵੀ ਜਦੋਂ ਅਸੀਂ ਰੈਂਡਮ ਨੰਬਰ ਪ੍ਰੋਡਿਊਸ ਕਰਨਾ ਹੋਵੇ 0 ਐਂਡ 1 ਦੇ ਦਰਮਿਆਨ ਤਾਂ ਅਸੀਂ ਰੈਂਡਮ ਮੈਥਡ ਨੂੰ ਯੂਜ਼ ਕਰਕੇ ਪ੍ਰੋਡਿਊਸ ਕਰ ਸਕਦੇ ਹਾਂ। ਸੋ ਇੱਥੇ ਮੈਂ ਐਗਜ਼ਾਮਪਲ ਲਈ ਹੋਈ ਆ ਪ੍ਰਾਈਵੇਟ ਸਬ। ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਡੈਫੀਨੇਸ਼ਨ ਦੇਖ ਰਹੇ ਨੇ ਇਹਦੀ ਕੀ ਡਿਫਾਈਨ ਕਰਦਾ ਹੈ। The R&D function returns a random value between 0 and 1. R&D is very useful when we deal with the concept of change, chance and probability. Chance and probability. Probability statistics ਦਾ ਇੱਕ word ਹੈ, ਜਿਨ੍ਹਾਂ ਨੇ ਕਾਮਰਸ ਕੀਤੀ ਹੈ, ਸਟੈਟਿਸਟਿਕਸ ਪੜ੍ਹੀ ਹੋਈ ਹੈ, ਉਹਨਾਂ ਵਿੱਚ ਪ੍ਰੋਬੇਬਿਲਿਟੀ ਹੁੰਦੀ ਹੈ। ਜਦੋਂ ਉਹਦੇ ਵਿੱਚ ਨੰਬਰ ਪ੍ਰੋਡਿਊਸ ਹੁੰਦੇ ਆ, ਸਟੈਟਿਕ ਨੰਬਰ ਪ੍ਰੋਡਿਊਸ ਹੁੰਦੇ ਆ, ਰੈਂਡਮ ਨੰਬਰ ਪ੍ਰੋਡਿਊਸ ਹੁੰਦੇ ਆ, ਜਦੋਂ ਅਸੀਂ ਕੰਮ ਕਰਦੇ ਆ ਇਕੁਏਸ਼ਨਸ ਦੇ ਉੱਤੇ ਤਾਂ ਉਦੋਂ ਹੀ ਪ੍ਰੋਡਿਊਸ ਹੁੰਦੇ ਆ, ਉੱਥੇ ਅਸੀਂ ਰੈਂਡਮ ਨੰਬਰ ਨੂੰ ਯੂਜ਼ ਕਰਦੇ ਆ। ਜਦੋਂ ਕਿਸੇ ਪ੍ਰੋਗਰਾਮਿੰਗ ਨੂੰ ਅਸੀਂ ਕਿਸੇ ਵੀ ਲੈਂਗੁਏਜ ਨੂੰ, ਸਟੈਟਿਕ ਲੈਂਗੁਏਜ ਨੂੰ ਅਸੀਂ ਕਿਸੇ ਪ੍ਰੋਗਰਾਮਿੰਗ ਦੇ ਵਿੱਚ ਕਨਵਰਟ ਕਰਦੇ ਆ, ਜਿਵੇਂ ਮੈਥਮੈਟਿਕਸ ਇਕੁਏਸ਼ਨਸ ਹੈਗੀਆਂ ਕਿਤਾਬ ਤੇ ਲਿਖੀਆਂ ਹੋਈਆਂ, ਉਹਨਾਂ ਨੂੰ ਅਸੀਂ ਕਨਵਰਟ ਕਰਨਾ ਹੋਵੇ ਪ੍ਰੋਗਰਾਮਿੰਗ ਦੇ ਵਿੱਚ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ। ਸਾਨੂੰ ਇੱਕ ਤਾਂ ਮੈਥਮੈਟਿਕਸ ਪੂਰਾ ਕਲੀਅਰ ਹੋਣਾ ਚਾਹੀਦਾ ਹੈ, ਦੂਸਰਾ ਉਹਨੂੰ ਹਾਊ ਟੂ ਕਨਵਰਟ ਇਨਟੂ ਦਾ ਪ੍ਰੋਗਰਾਮਿੰਗ, ਇੱਕ ਲੌਜਿਕ ਕਿਹੜਾ ਲੌਜਿਕ ਲੱਗੇਗਾ, ਕਿਸ ਤਰ੍ਹਾਂ ਲੱਗੇਗਾ, ਠੀਕ ਹੈ ਜੀ, ਕੀ ਇਹ ਲੌਜਿਕ ਲਾਉਣ ਦਾ ਰਿਜ਼ਲਟ ਸਹੀ ਹੋਵੇਗਾ ਜਾਂ ਗਲਤ ਹੋਵੇਗਾ। ਠੀਕ ਹੈ, ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਧਾਰਨਾਵਾਂ ਸਾਡੇ ਦਿਮਾਗ ਵਿੱਚ ਬਣਦੀਆਂ ਰਹਿੰਦੀਆਂ। ਸੋ ਜਿਨ੍ਹਾਂ ਨੇ ਪ੍ਰੋਗਰਾਮਿੰਗ ਕਰਨੀ ਆ, ਜਿਨ੍ਹਾਂ ਨੇ ਵੈਬਸਾਈਟ ਡਿਵੈਲਪਮੈਂਟ ਕਰਨੀ ਆ, ਪ੍ਰੋਗਰਾਮਿੰਗ ਕਰਨੀ ਆ, ਉਹਨਾਂ ਨੂੰ ਭਾਈ ਕ੍ਰੀਏਟਿਵ ਹੋਣਾ ਪਊਗਾ। ਕ੍ਰੀਏਟੀਵਿਟੀ ਪੈਦਾ ਕਰਨੀ ਪਏਗੀ। ਮੈਂ ਇੱਕ ਛੋਟੀ ਜਿਹੀ ਕ੍ਰੀਏਟੀਵਿਟੀ ਇੱਥੇ ਹੀ ਪੇਸ਼ ਕੀਤੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਤੇ ਜਿਨ੍ਹਾਂ ਨੇ ਵੈਬਸਾਈਟ ਡਿਵੈਲਪਮੈਂਟ ਕਰਨੀ ਆ ਉਹਨਾਂ ਦਾ ਬੇਸਿਕ ਫੰਡਾਮੈਂਟਲਸ ਕਲੀਅਰ ਹੋਣੇ ਚਾਹੀਦੇ ਆ। ਜਿਨ੍ਹਾਂ ਨੇ ਪ੍ਰੋਗਰਾਮਿੰਗ ਕਰਨੀ ਆ, ਹੁਣ ਤੁਸੀਂ ਪ੍ਰੋਗਰਾਮਿੰਗ ਕਰ ਰਹੇ ਹੋ, ਤੁਹਾਡੇ ਲੌਜਿਕਸ ਕਲੀਅਰ ਹੋ ਜਾਣੇ ਚਾਹੀਦੇ ਆ। ਲੌਜਿਕਸ ਮਾਨੇ ਕਿ ਬੇਸਿਕ ਫੰਡਾਮੈਂਟਲਸ ਆਫ ਪ੍ਰੋਗਰਾਮਿੰਗ, ਜਿਵੇਂ ਵੈਰੀਏਬਲ ਕਿਸ ਤਰ੍ਹਾਂ ਡਿਫਾਈਨ ਕਰਨਾ, ਵੈਰੀਏਬਲਸ ਤੇ ਕਿੰਨੀਆਂ ਵੈਲਿਊ ਹੋਣਗੀਆਂ, ਐਕਸਪ੍ਰੈਸ਼ਨਸ ਕੀ ਹੁੰਦੇ ਨੇ, ਕਨਸਟੈਂਟਸ ਕੀ ਹੁੰਦੇ ਨੇ, ਠੀਕ ਹੈ, ਆਪਰੈਂਟਸ ਕੀ ਹੁੰਦੇ ਨੇ, ਲਿਟਰਲਸ ਕੀ ਹੁੰਦੇ ਨੇ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਸਮਝ ਆ ਜਾਣੀਆਂ ਚਾਹੀਦੀਆਂ। ਆਪਰੇਟਰਸ ਕੀ ਹੁੰਦੇ ਨੇ, ਕੰਡੀਸ਼ਨਸ ਕਿਦਾਂ ਲੱਗਣੀਆਂ, ਫॉर ਲੂਪ, ਡੂ ਵਾਈਲ ਲੂਪ ਕਿਦਾਂ ਲੱਗਣੀ ਹੈਗੀ, ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਪ੍ਰੋਗਰਾਮਿੰਗ ਦਾ ਬੇਸਿਕ ਫੰਡਾਮੈਂਟਲ ਲੌਜਿਕਸ ਕਲੀਅਰ ਹੋ ਜਾਣੇ ਚਾਹੀਦੇ ਤੁਹਾਨੂੰ। ਜਿੱਦਾਂ ਜਿੱਕੇ ਲੌਜਿਕ ਨਹੀਂ ਕਲੀਅਰ ਹੁੰਦੇ, ਪ੍ਰੋਗਰਾਮਿੰਗ ਦਾ ਫਰਸਟ ਸਟੈਪ ਕੰਪਲੀਟ ਨਹੀਂ ਹੋ ਸਕਦਾ। ਸੋ ਇਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਲਿਆ ਹੋਇਆ, ਕਮਾਂਡ ਬਟਨ ਵਿੱਚ ਕਲਿੱਕ ਕੀਤਾ ਸੀ ਅਸੀਂ, ਫॉर ਲੂਪ x equal to 1 to 100। ਅਸੀਂ ਇੱਕ ਲੂਪ ਚਲਾਇਆ 1 ਤੋਂ ਲੈ ਕੇ 100 ਤੱਕ ਲੂਪ ਚੱਲਿਆ, ਸੈੱਲ x, 1। ਠੀਕ ਹੈ ਜੀ। ਪਹਿਲੇ ਸੈੱਲ ਦੇ ਅੰਦਰ ਅਸੀਂ x ਦੀ ਵੈਲਿਊ ਕਿੰਨੀ ਆਏਗੀ, 1 to 100। ਇੱਥੇ x ਦੀ ਵੈਲਿਊ ਵੀ ਨਾਲ ਨਾਲ ਚੇਂਜ ਹੁੰਦੀ ਰਹੇਗੀ, ਨਾਲ ਨਾਲ ਰੋ ਚੇਂਜ ਹੁੰਦੀ ਰਹੇਗੀ, ਤੇ ਨਾਲ ਦੀ ਨਾਲ ਰੈਂਡਮ ਵੈਲਿਊਜ਼ 1 ਤੋਂ ਲੈ ਕੇ 100 ਤੱਕ ਜਿਹੜੀ ਰੈਂਡਮ ਵੈਲਿਊਜ਼ ਹੈਗੀਆਂ ਉਹ ਪ੍ਰੋਡਿਊਸ ਹੁੰਦੀ ਰਹਿਣਗੀਆਂ। ਲੂਪ ਚੱਲੇਗਾ 100 ਤੱਕ, ਪਰ ਵੈਲਿਊ ਪ੍ਰੋਡਿਊਸ ਹੋਣੀ ਹੈ 0 ਤੇ 1 ਦੇ ਦਰਮਿਆਨ ਹੀ, ਇਹ ਯਾਦ ਰੱਖਣਾ। ਠੀਕ ਹੈ ਜੀ। ਸੈਕਿੰਡ 6 ਫੰਕਸ਼ਨ ਹੈਗਾ,
the round function. Round is a function that round up number to a certain number of decimal places. ਇਹਦੇ ਵਿੱਚ ਸਾਨੂੰ ਦੱਸਣਾ ਪਏਗਾ the format is round n comma m. n comma m. n stands for number, m stands for certain decimal numbers जिन्हें भी place करोगे 2 3 4 5 जिन्हें भी, which means to round a number n to m decimal places. For example, round 7.2567 comma 2 यानी 7.2567 एक वैल्यू है, ਉਹਦੇ ਵਿੱਚੋਂ ਮੈਂ ਡੈਸੀਮਲ ਪੁਆਇੰਟ 2 ਰੱਖਣਾ ਚਾਹੁੰਦਾ, ਯਾਨੀ ਕੀ ਆਵੇ 7.26। ਹੁਣ ਤੁਸੀਂ ਸੋਚਦੇ ਹੋ ਕਿ 26 ਕਿਵੇਂ ਆ ਗਿਆ, ਇਹ ਹੋਣਾ ਚਾਹੀਦਾ ਸੀ 7.25। ਸੋ ਇਸ ਕਰਕੇ ਜਦੋਂ ਰਾਉਂਡ ਕਰਨਾ ਹੈ, ਜਿਹੜੀ ਪਿਛਲੀ ਵੈਲਿਊ ਆ 767 ਵੈਲਿਊ ਹੈ, ਉਹਨੂੰ ਇੱਕ ਮੰਨ ਕੇ ਪਹਿਲੇ ਨੰਬਰ ਵਿੱਚ 76 ਨੂੰ ਇੱਕ ਮੰਨ ਕੇ 5 ਦੇ ਵਿੱਚ ਐਡ ਕਰ ਦੇਗਾ, ਕੀ ਬਣ ਜਾਏਗਾ 6 ਤੇ ਕੀ ਵੈਲਿਊ ਆਏਗੀ 7.26। ਸੋ ਇਹਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰੇਗਾ ਜਿੰਨਾ ਵੀ ਹੈ, ਠੀਕ ਹੈ, ਅਪਰੋਕਸੀਮੇਟ ਵੈਲਿਊ, ਰਾਈਟ। ਸੋ ਇਹਦਾ ਸਿੰਟੈਕਸ ਇਹਦਾ ਬਹੁਤ ਸੌਖਾ ਤੋਂ ਹੈ, ਇੱਕ ਸੈੱਲ ਦੇ ਵਿੱਚ ਮੈਂ ਇਹਨੂੰ ਡਿਸਪਲੇ ਕਰਵਾਇਆ ਤਾਂ ਇਹ ਐਜ਼ ਇਟ ਇਜ਼ 7.26 ਐਜ਼ ਇਟ ਇਜ਼ ਸ਼ੋ ਹੋ ਜਾਏਗਾ। So next मेरे को है function the square function. Square is the function that compute the square root of number. For example, SQR 4 equal to 2, 2 दूनी 4, 3 ते 9, ठीक है जी, राइट। स्केयर और प्रोड्यूस करेगा 2 नंबर, इतने गलती ना पै गए, 4 पैना सी ते 9 आ गया, सॉरी। सो ਇਹਦਾ एग्जांपल देख सकते हो तुसी, एग्जांपल ਦਿੱਤੀ ਹੋਈ, ਇਹਦੇ ਵਿੱਚ ਕੋਈ ਨੰਬਰ ਤੁਸੀਂ ਪਾਸ ਕਰ ਸਕਦੇ ਹੋ, ਮੈਂ ਖਾਲੀ ਛੱਡਿਆ ਹੋਇਆ ਇੱਥੇ, ਇਸ ਕਰਕੇ ਖਾਲੀ ਛੱਡਿਆ ਹੈ ਕਿ ਤੁਸੀਂ ਕੋਈ ਨੰਬਰ ਵੀ ਪਾਸ ਕਰਕੇ ਤੁਸੀਂ ਰਿਜ਼ਲਟ ਦੇਖ ਸਕਦੇ ਹੋ। ਘਬਰਾਉਣ ਵਾਲੀ ਕੋਈ ਗੱਲ ਨਹੀਂ, ਜਿਹੜੇ ਸਟੂਡੈਂਟਸ ਪੜ੍ਹਨਾ ਚਾਹੁੰਦੇ ਹੋ, ਪੜ੍ਹਨ ਦੇ ਚਾਹਵਾਨ ਹੈ, ਪ੍ਰੋਗਰਾਮਿੰਗ ਸਿੱਖਣ ਦੇ ਚਾਹਵਾਨ ਹੈ, ਠੀਕ ਹੈ ਜੀ, ਉਹ ਪੜ੍ਹੋ, ਲੌਜਿਕਸ ਨੂੰ ਡਿਵੈਲਪ ਕਰੋ। ਅਗਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਯੂ ਕੈਨ contact me freely, ਜਦੋਂ ਮਰਜ਼ੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੈਂ ਤੁਹਾਡੀਆਂ ਜਿਹੜੀਆਂ ਕਿਊਰੀਜ਼ ਹੈਗੀਆਂ ਉਹ ਕੰਪਲੀਟ ਕਰ ਦੂੰਗਾ, ਕੋਈ ਗੱਲ ਨਹੀਂ, ਇਹੋ ਜਿਹੀ ਕੋਈ ਚੱਕਰ ਵਾਲੀ ਗੱਲ ਨਹੀਂ, ਪੜ੍ਹਨ ਵਾਲੇ ਬਣੋ ਸਾਰੇ ਜਣੇ। ਸੋ ਇਸ ਤਰ੍ਹਾਂ ਅਸੀਂ ਸਕੁਅਰ ਰੂਟ ਅਸੀਂ ਫਾਈਂਡ ਕਰ ਸਕਦੇ ਹਾਂ ਕਿ ਕਿਸੇ ਵੀ ਵੈਲਿਊ ਦਾ ਸਕੁਅਰ ਕੀ ਹੈ। ਸੋ ਨੈਕਸਟ ਸਾਡੇ ਕੋਲ ਹੈ 8 ਨੰਬਰ ਮੈਕਸ। ਮੈਕਸ ਫੰਕਸ਼ਨ ਐਕਚੁਅਲੀ ਜਿਹੜਾ ਹੈਗਾ ਇਹ ਪ੍ਰੋਗਰਾਮਿੰਗ ਅੰਦਰ ਨਹੀਂ ਯੂਜ਼ ਹੁੰਦਾ। ਮੈਕਸ ਫੰਕਸ਼ਨ ਐਕਚੁਅਲੀ ਹੈ ਇਹ ਵਰਕਸ਼ੀਟ ਫੰਕਸ਼ਨ ਹੈ, ठीक है जी। जो भी तुम इन्हें यूज करने की कोशिश करोगे, सपोज लिखोगे mx, जिस तरह मैं स्केयर लिखा हुआ है इतने जी ऊपर SQR लिखा हुआ है, सेल्स ब्रैकेट शुरू 1,1 इक्वल टू max लिखने की कोशिश करोगे तो max फंक्शन उत्थे नहीं आएगा। क्यों नहीं आएगा? क्योंकि ये इट्स अ फंक्शन वर्कशीट फंक्शन है, इन्हों ਅਸੀਂ वर्कशीट के अकॉर्डिंगली यूज करांगे। सो ਇਹਦਾ फंक्शन का मतलब ਕੀ है कि मैक्सिमम नंबर। ਹੁਣ ਕਈ ਵਾਰੀ ਅਸੀਂ ਦਫ਼ਤਰ ਦੇ ਵਿੱਚ ਬਹੁਤ ਸਾਰੇ ਮਾਰਕੀਟਰ ਰੱਖ ਲੈਂਦੇ ਆ, ਕੰਮ ਕਰਨ ਵਾਲੇ ਰੱਖ ਲੈਂਦੇ ਆ, ਤਾਂ ਉਹਨਾਂ ਦੀ ਅਸੀਂ ਇੱਕ ਸਮੇਂ ਬਾਅਦ ਅਸੀਂ ਉਹਨਾਂ ਦੀ ਪਰਫਾਰਮੈਂਸ ਵੀ ਚੈੱਕ ਕਰਦੇ ਆ ਕਿ ਭਾਈ ਤੂੰ ਕੀ ਕੀਤਾ, ਤੂੰ ਸਾਡੀ ਸੰਸਥਾ ਵਿੱਚ ਕੋਈ ਸਮਾਨ ਵੇਚਿਆ ਵੀ ਕਿ ਨਹੀਂ ਵੇਚਿਆ, ਤੂੰ ਕਿੰਨਾ ਵੇਚਿਆ। ਜਾਂ ਬੈਂਕ ਦੇ ਵਿੱਚ ਅਸੀਂ ਕਰਮਚਾਰੀ ਰੱਖ ਦਿੰਦੇ ਆ ਫਾਰ ਅਕਾਊਂਟ ਓਪਨਿੰਗ ਵਾਸਤੇ, ਤਾਂ ਉਹਨਾਂ ਕੋਲ ਅਸੀਂ ਟਾਈਮ ਟੂ ਟਾਈਮ ਪੁੱਛਦੇ ਰਹਿੰਦੇ ਆ ਤੇਰੀ ਪਰਫਾਰਮੈਂਸ ਕੀ ਹੈ, ਕਿੰਨੇ ਅਕਾਊਂਟ ਖੋਲੇ ਆ, ਤੇਰਾ ਟਾਰਗੇਟ ਕੀ ਹੋਏਗਾ, ਕਿੰਨੇ ਅਕਾਊਂਟ ਖੋਲ ਸਕਦਾ। ਸੋ ਅਸੀਂ ਉਹ ਟਾਰਗੇਟ ਜਿਹੜੇ ਹੈਗੇ ਆ ਉਹ ਅਸੀਂ ਐਕਸਲ ਦੇ ਵਿੱਚ ਨੋਟ ਕਰਦੇ ਰਹਿੰਦੇ ਹਾਂ। ਤੇ ਜਦੋਂ ਵੀ ਬੌਸ ਸਾਨੂੰ ਕਹਿੰਦਾ ਹੈ ਕਿ ਮੈਕਸਿਮਮ ਟਾਰਗੇਟ ਅਚੀਵਰ ਕੌਣ ਹੈ, ਜੇ ਸਾਡੇ ਕੋਲ 10,000 ਰਿਕਾਰਡ ਹੋਵੇ ਤੇ ਮੰਨ ਲਓ ਉਹਦੇ ਵਿੱਚੋਂ ਕੋਈ ਬੰਦਾ ਮੈਕਸਿਮਮ ਅਚੀਵਰ ਲੱਭਣਾ ਹੋਵੇ ਤਾਂ ਕਿੰਨਾ ਮੁਸ਼ਕਲ ਹੈ। ਫਿਰ ਤਾਂ ਸਾਰੀ ਜਿਹੜੀ ਲੱਗ ਜਾਊਗਾ, ਕੱਲਾ ਕੱਲਾ ਰਿਕਾਰਡ ਖੋਲੀ ਜਾਊਗਾ, ਫਿਰ ਉਹਨੂੰ ਕੰਪੇਅਰ ਕਰੂੰਗਾ ਕਿ ਪਿੱਛੇ ਦੇ ਲੰਘ ਗਿਆ ਕੋਈ ਵੱਡਾ, ਕੋਈ ਗਾਤ ਨਹੀਂ ਆ ਗਿਆ। ਇਸ ਤਰੀਕੇ ਨਾਲ ਸਾਡੀ ਜਿਹੜੀ ਹੈਗੀ ਆ ਜਿਹੜੀ ਦਿੱਕਤ ਵੱਧਦੀ ਜਾਵੇਗੀ। ਸੋ ਉਹਦੇ ਕਰਕੇ ਇੱਕ ਮੈਕਸ ਜਿਹੜਾ ਹੈਗਾ ਇੱਕ ਫੰਕਸ਼ਨ ਹੈ ਜਿਹਦੇ ਥਰੂ ਅਸੀਂ ਮੈਕਸਿਮਮ ਵੈਲਿਊ ਫਾਈਂਡ ਕਰ ਸਕਦੇ ਹਾਂ। ਸਪੋਜ਼ ਸਾਡੇ ਕੋਲ 25 ਕਰਮਚਾਰੀ ਆ, ਉਹਨਾਂ ਵਿੱਚੋਂ
ਮੈਕਸਿਮਮ ਪਰਫਾਰਮੈਂਸ ਕਿਹਦੀ ਆ ਉਹ ਅਸੀਂ ਲੱਭਣੀ ਹੋਵੇ ਤਾਂ ਅਸੀਂ ਮੈਕਸ ਨੂੰ ਯੂਜ਼ ਕਰ ਸਕਦੇ ਹਾਂ। ਸੋ ਇੱਥੇ ਮੈਂ ਇੱਕ ਸਬ ਰੂਟੀਨ ਬਣਾਈ ਹੋਈ ਆ, ਸਬ ਰੂਟੀਨ ਬਣੀ ਹੋਈ ਆ ਸਬ ਏ। ਉਹਦੇ ਵਿੱਚ ਮੈਂ ਵੈਰੀਏਬਲ ਹੈ dim a b c d ਰਿਜ਼ਲਟ ਐਜ਼ ਏ ਇੰਟੀਜਰ। ਇਹ ਸਾਰੇ ਹੀ ਜਿਹੜੇ ਵੈਰੀਏਬਲ a, ਵੈਰੀਏਬਲ b, ਵੈਰੀਏਬਲ c, ਵੈਰੀਏਬਲ d ਐਂਡ ਵੈਰੀਏਬਲ ਰਿਜ਼ਲਟ ਐਜ਼ ਏ ਇੰਟੀਜਰ। ਦੇਖੋ ਬੱਚੋ ਦੋ ਤਰੀਕੇ ਹੁੰਦੇ ਆ ਵੈਰੀਏਬਲ ਨੂੰ ਡਿਕਲੇਅਰ ਕਰਨ ਦੇ। ਜਿੰਨੀ ਤੁਹਾਡੀ ਪ੍ਰੋਗਰਾਮਿੰਗ ਦੇ ਵਿੱਚ ਪਰਫਾਰਮੈਂਸ ਜ਼ਿਆਦਾ ਹੋਏਗੀ, ਜਿੰਨੀ ਤੁਹਾਡੀ ਪ੍ਰੋਗਰਾਮਿੰਗ ਛੋਟੀ ਹੋਏਗੀ ਤੇ ਐਕੂਰੇਟ ਹੋਏਗੀ, ਤੇ ਪਰਫਾਰਮੈਂਸ ਵਾਈਜ਼ ਉਨਾ ਹੀ ਤੁਹਾਡੇ ਜਿਹੜੇ ਪ੍ਰੋਗਰਾਮ ਹੈ ਵਧੀਆ ਹੋਣਗੇ। ਕੰਪਿਊਟਰ ਦਾ ਲੋਡ ਘੱਟ ਪਵੇਗਾ, ਤੁਹਾਡੇ ਜਿਹੜੇ ਪ੍ਰੋਗਰਾਮ ਜਲਦੀ ਚੱਲਣਗੇ। ਜਿੰਨੀ ਪ੍ਰੋਗਰਾਮਿੰਗ ਤੁਹਾਡੀ ਲੰਬੀ ਹੋਏਗੀ, ਜਿੰਨਾ ਤੁਸੀਂ ਉਹਨੂੰ ਖਿੱਚੋਗੇ ਤੇ ਉਨੀ ਉਹ ਮਤਲਬ ਜਿੱਡੀ ਹੁੰਦੀ ਜਾਏਗੀ। ਠੀਕ ਹੈ ਜੀ। ਸੋ ਇਸ ਕਰਕੇ ਪ੍ਰੋਗਰਾਮਿੰਗ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਛੋਟੀ ਕੋਰਸ ਦੇ ਵਿੱਚ ਤੁਸੀਂ ਬਹੁਤ ਸਾਰੇ ਵੱਡੇ ਕੰਮ ਕਰ ਦਵੋ। ਸੋ ਦੋ ਤਰੀਕੇ ਹੁੰਦੇ ਆ ਵੈਰੀਏਬਲ ਨੂੰ ਡਿਕਲੇਅਰ ਕਰਨ ਦੇ। ਇੱਕ ਤਰੀਕਾ ਹੈਗਾ ਸਿੰਗਲ ਵੈਰੀਏਬਲ, ਤੁਸੀਂ ਕੱਲਾ ਕੱਲਾ ਡਿਕਲੇਅਰ ਕਰੋ, dim a ਐਜ਼ ਏ ਇੰਟੀਜਰ, dim b ਐਜ਼ ਏ ਇੰਟੀਜਰ, dim c ਐਜ਼ ਏ ਇੰਟੀਜਰ, dim result ਐਜ਼ ਏ ਇੰਟੀਜਰ। ਇਹ ਕਿੰਨੀਆਂ ਲਾਈਨਾਂ ਹੋ ਗਈਆਂ? 1 2 3 4 5 5 ਲਾਈਨਾਂ ਹੋ ਗਈਆਂ। ਉਹਨਾਂ 5 ਲਾਈਨਸ ਨੂੰ ਮੈਂ ਕਨਵਰਟ ਕੀਤਾ ਇੱਕ ਸਿੰਗਲ ਲਾਈਨ ਦੇ ਵਿੱਚ, ਮਲਟੀਪਲ ਵੈਰੀਏਬਲ ਵੇਰੀਏਬਲ ਨੂੰ ਮੈਂ ਇਕੱਠਾ ਕਰਤਾ। ਕਿਵੇਂ? dim a, b, c, d, result ਐਜ਼ ਏ ਇੰਟੀਜਰ। ਸੋ ਇਕੱਠੇ ਕਰਤਾ ਮੈਂ। ਸੋ ਡਿਕਲੇਅਰ ਤਾਂ ਸਾਰੇ ਇੰਟੀਜਰ ਟਾਈਪ ਹੀ ਹੋਣੇ ਆ, ਫਿਰ ਵੱਖਰੇ ਵੱਖਰੇ ਕਰਨ ਦੀ ਕੀ ਡਿਕਲੇਅਰ ਲੋੜ ਹੈ, ਇਕੱਠੇ ਕਰ ਦੋ। ਸੋ ਉਹਨੂੰ ਮੈਂ ਵੈਲਿਊ ਪਾਸ ਕੀਤੀਆਂ। ਵੈਲਿਊਸ ਅਸੀਂ ਪਾਸ ਕਰਨੀਆਂ ਵੱਖਰੀਆਂ ਵੱਖਰੀਆਂ। a = 12, b = 25, c = 36, d = 45, ਰਿਜ਼ਲਟ = ਜਿਹੜਾ ਰਿਜ਼ਲਟ ਹੈ ਰਿਜ਼ਲਟ ਨੂੰ ਬਰਾਬਰ ਕੀਤਾ ਵਰਕਸ਼ੀਟ ਫੰਕਸ਼ਨ। ਵਰਕਸ਼ੀਟ ਫੰਕਸ਼ਨ ਕਿਉਂ ਲਗਾਇਆ ਮੈਂ? ਵਰਕਸ਼ੀਟ ਫੰਕਸ਼ਨ ਇੱਕ ਐਕਸਲ ਦੀ ਪ੍ਰੋਪਰਟੀ ਹੈ ਜਿਹਦੇ ਥਰੂ ਅਸੀਂ ਐਕਸਲ ਦੇ ਜਿਹੜੇ ਆ ਮੈਥਡਸ ਹੈਗੇ ਆ, ਫੰਕਸ਼ਨਸ ਹੈਗੇ ਆ, ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਅਸੀਂ। ਹੁਣ ਮੈਂ ਇੱਥੇ ਮੈਕਸ ਜਿਹੜਾ ਫੰਕਸ਼ਨ ਹੈ ਉਹ ਮੈਂ ਐਕਸਲ ਦਾ ਯੂਜ਼ ਕਰ ਰਿਹਾ। ਸੋ ਇਸ ਕਰਕੇ ਮੈਂ ਯੂਜ਼ ਕਰ ਰਿਹਾ ਵਰਕਸ਼ੀਟ ਫੰਕਸ਼ਨ ਡਾਟ ਮੈਕਸ, ਬ੍ਰੈਕਟ ਦੇ ਵਿੱਚ a b c d, ਔਰ a b c d ਨੂੰ ਮੈਂ ਵੈਲਿਊ ਪਾਸ ਕੀਤੀਆਂ 12 25 36 ਤੇ 45। ਹੁਣ ਰਿਜ਼ਲਟ ਮੇਰਾ ਕੀ ਆਏਗਾ? ਇਹਦੇ ਵਿੱਚੋਂ ਉਹ ਲੱਭੇਗਾ ਕਿ ਇਹਨਾਂ ਵੈਲਿਊਜ਼ ਦੇ ਵਿੱਚੋਂ ਮੈਕਸਿਮਮ ਵੱਡੀ ਵੈਲਿਊ ਕਿਹੜੀ ਆ, ਉਹ ਹੋਏਗੀ 45। ਦੂਸਰਾ ਤਰੀਕਾ ਕੀ ਹੈ? ਜੇ ਤੁਸੀਂ ਆਪਣੇ ਲੌਜਿਕ ਸੀ ਕਲੀਅਰ ਕਰਨਾ ਚਾਹੁੰਦੇ ਹੋ, ਲੰਬੀ ਪ੍ਰੋਗਰਾਮਿੰਗ ਨਹੀਂ ਕਰਨਾ ਚਾਹੁੰਦੇ ਕਿ ਮੈਂ ਸਿਰਫ ਲੌਜਿਕ ਕਲੀਅਰ ਕਰਨੇ ਆ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਤਾਂ ਤੁਸੀਂ ਸ਼ਾਰਟ ਵੀ ਕਰ ਸਕਦੇ ਹੋ। ਇਹਦਾ ਇੱਕ ਫੰਕਸ਼ਨ ਤੁਸੀਂ ਲਿਖ ਸਕਦੇ ਹੋ ਇਦਾਂ ਨਾ ਕਿ ਜਿਹਦੇ ਵਿੱਚ ਸਿਰਫ ਅਸੀਂ ਵੈਲਿਊਜ਼ ਪਾਸ ਕੀਤੀਆਂ, ਜਸਟ ਚੈੱਕ ਕੀਤਾ ਕਿ ਮੈਕਸਿਮਮ ਜਿਹੜਾ ਫੰਕਸ਼ਨ ਹੈ ਉਹ ਕੰਮ ਕਰਦਾ ਕਿ ਨਹੀਂ ਕਰਦਾ। ਉਹਦੇ ਲਈ ਅਸੀਂ ਇਹ ਕਰ ਸਕਦੇ ਹਾਂ ਕਿ ਰਿਜ਼ਲਟ ਬਰਾਬਰ ਹੈ ਵਰਕਸ਼ੀਟ ਫੰਕਸ਼ਨ ਡਾਟ ਮੈਕਸ। ਉਹਦੇ ਵਿੱਚ ਤੁਸੀਂ ਵੈਲਿਊਜ਼ ਪਾਸ ਕਰ ਦਿਓ 10 20 30 25 50, ਜਿਹੜੀ ਮੈਂ ਵੈਲਿਊ ਪਾਸ ਕਰਨੀ ਉਹ ਪਾਸ ਕਰਕੇ ਇੱਕ ਮੈਸੇਜ ਬਾਕਸ ਨੂੰ ਤੁਸੀਂ ਡਿਸਪਲੇ ਕਰਵਾ ਸਕਦੇ ਹੋ। ਇਹ ਹੈਗਾ ਛੋਟਾ ਪ੍ਰੈਕਟੀਕਲ ਹੋ ਜਾਏ। ਸੋ ਇਹਦੇ ਵਿੱਚ ਕੋਈ ਮੁਸ਼ਕਲ ਵਾਲੀ ਗੱਲ ਨਹੀਂ। ਇਸੇ ਤਰੀਕੇ ਦਾ ਫੰਕਸ਼ਨ ਨੈਕਸਟ ਹੈਗਾ min, min, ਸੌਰੀ n ਪੈ ਗਿਆ, n ਬਣ ਜਾਏਗਾ ਮਿਨੀਮਮ। find out minimum number by using like maximum function। ਠੀਕ ਹੈ ਜੀ। ਮੈਕਸਿਮਮ ਤਰ੍ਹਾਂ ਅਸੀਂ ਯੂਜ਼ ਕਰਦੇ ਹਾਂ ਇਹਨੂੰ, ਜਿਵੇਂ ਅਸੀਂ ਉੱਪਰ ਯੂਜ਼ ਕੀਤਾ ਫੰਕਸ਼ਨ ਮੈਕਸ, ਉੱਥੇ ਮੈਕਸ ਦੀ ਜਗ੍ਹਾ ਤੇ min ਅਸੀਂ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਇੱਕ ਫੰਕਸ਼ਨ ਹੋਰ ਹੈਗਾ ਪਾਵਰ, POW। ਪਾਵਰ ਫੰਕਸ਼ਨ ਕੀ ਕਰਦਾ ਕੰਮ? ਪਾਵਰ ਫੰਕਸ਼ਨ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹਾਂ ਕਿ ਰੇਜ਼ ਟੂ ਦੀ ਪਾਵਰ। ਇਹ ਵੀ ਜਿਹੜਾ ਫੰਕਸ਼ਨ ਹੈ ਇਹ ਵਰਕਸ਼ੀਟ ਦਾ ਫੰਕਸ਼ਨ ਹੈ। ਜਿਸ ਤਰ੍ਹਾਂ ਮੈਂ ਮੈਕਸ ਫੰਕਸ਼ਨ ਯੂਜ਼ ਕੀਤਾ ਹੈ 8 ਨੰਬਰ ਵਾਲਾ, ਉਸੇ ਤਰੀਕੇ ਨਾਲ ਇਹ ਪਾਵਰ ਵਾਲਾ ਫੰਕਸ਼ਨ ਵੀ ਯੂਜ਼ ਹੋਏਗਾ। ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ। ਉਹਦੇ ਵਿੱਚ ਅਸੀਂ 4 ਨੰਬਰ ਪਾਸ ਕੀਤੇ ਹੋਏ ਆ ਤੇ ਪਾਵਰ ਦੇ ਵਿੱਚ ਅਸੀਂ 2 ਨੰਬਰ ਪਾਸ ਕਰ ਰਹੇ ਹਾਂ ਕਿ ਰੇਜ਼ ਟੂ ਦੀ ਪਾਵਰ m, n, 2 ਨੰਬਰ ਅਸੀਂ ਪਾਸ ਕਰਕੇ ਅਸੀਂ ਉਹਨੂੰ ਕਰ ਸਕਦੇ ਹਾਂ। ਉਸ ਤੋਂ ਅੱਗੇ ਫੰਕਸ਼ਨ ਸਾਡੇ ਕੋਲ 3 ਹੋਰ ਫੰਕਸ਼ਨਸ ਨੇ। ਸਭ ਤੋਂ ਪਹਿਲਾ ਫੰਕਸ਼ਨ ਸਾਈਨ ਫੰਕਸ਼ਨ, SIN। ਸਾਈਨ ਫੰਕਸ਼ਨ ਦੇ ਵਿੱਚ ਅਸੀਂ ਰਿਟਰਨ ਕਰਾਉਂਦੇ ਆ ਸਾਈਨ ਦੀ ਵੈਲਿਊ। ਜਿਸ ਤਰ੍ਹਾਂ ਮੈਂ ਪਹਿਲੀ ਸਲਾਈਡ ਦੇ ਵਿੱਚ ਦੱਸਿਆ ਸੀਗਾ। ਮੈਡਮ ਜਿਹੜਾ ਪਹਿਲੀ ਸਲਾਈਡ ਦਿਖਾਓ ਮਾੜੀ।
ਇੱਕ ਨੰਬਰ ਨੀ ਤੋਂ ਥੱਲੇ ਨੈਕਸਟ ਯੈਸ। ਜਿਸ ਤਰ੍ਹਾਂ ਅਸੀਂ ਪਹਿਲੀ ਸਲਾਈਡ ਦੇ ਵਿੱਚ ABS ਫੰਕਸ਼ਨ ਦੇਖਿਆ, ਉਹਦੇ ਵਿੱਚ ਅਸੀਂ ਛੋਟਾ ਜਿਹਾ ਇੱਕ ਪ੍ਰੋਗਰਾਮ ਬਣਾਇਆ। ਇਸੇ ਤਰੀਕੇ ਦੇ ਨਾਲ ਅਸੀਂ ਸਾਈਨ, ਕਾਸ ਤੇ ਟੈਨ ਦੇ ਫੰਕਸ਼ਨ ਯੂਜ਼ ਕਰਦੇ ਹਾਂ। ਮੈਂ ਬੱਚਿਆਂ ਨੂੰ ਆਪਣੇ ਜਦੋਂ ਅਸੀਂ ਕਲਾਸਿਸ ਵਿੱਚ ਵੀ ਅਸੀਂ ਕੰਮ ਕਰਾਉਂਦੇ ਹਾਂ ਨਾ, ਤਾਂ ਅਸੀਂ ਬੱਚਿਆਂ ਨੂੰ ਬਹੁਤ ਸਾਰੇ ਫੰਕਸ਼ਨਸ ਮੈਂ ਨਹੀਂ ਕਰਵਾਉਂਦਾ। ਕਿਉਂ ਨਹੀਂ ਕਰਵਾਉਂਦਾ? ਉਹਨਾਂ ਨੂੰ ਸਿਰਫ ਮੈਂ ਲਿਖਾਉਣਾ ਹੈ। ਇੱਕ ਮੈਂ ਬੇਸਿਕ ਫੰਡਾਮੈਂਟਲ ਦੱਸਦਾ ਹੈ ਕਿ ਇਸ ਤਰੀਕੇ ਨਾਲ ਫੰਕਸ਼ਨ ਕਰਨੇ ਆ, ਬਾਕੀ ਦੇ ਫੰਕਸ਼ਨ ਜਿਹੜੇ ਆ ਮੈਨੂੰ ਕਰਕੇ ਦਿਖਾਓ। ਇਹਦੇ ਫੰਕਸ਼ਨ ਮੈਂ ਇਸ ਕਰਕੇ ਨਹੀਂ ਸਲਾਈਡ ਬਣਾਈ ਕਿਉਂਕਿ ਤੁਹਾਨੂੰ ਆਉਣੇ ਚਾਹੀਦੇ ਆ। ਫੰਕਸ਼ਨਸ ਲਿਖ ਲਓ। ਇੱਕ ਫੰਕਸ਼ਨ ਹੈ ਸਾइन, दूसरा फंक्शन है cos, तीसरा फंक्शन है tan और चौथा फंक्शन है log। ये चार फंक्शन ਜਿਹੜੇ ਹੈਗੇ ਆ ਸੇਮ ਐਜ਼ ਇਟ ਇਜ਼ ਜਿੱਦਾਂ ਅਸੀਂ ABS ਫੰਕਸ਼ਨ ਯੂਜ਼ ਕੀਤਾ ਉਸ ਤਰੀਕੇ ਨਾਲ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਦਿੱਕਤ ਕੋਈ ਨਹੀਂ ਹੈ, ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਹੈ। ਆਈ ਥਿੰਕ ਮੈਂ ਹੋਪ ਕਰਦਾ ਕਿ ਤੁਹਾਨੂੰ ਡਿਵੈਲਪਰ ਟੂਲ ਦੀਆਂ ਆਪਸ਼ਨਸ ਆਉਂਦੀਆਂ ਹੋਣਗੀਆਂ, ਤੁਸੀਂ ਉਹਨੂੰ ਖੋਲ ਕੇ ਕੋਡ ਵਿੰਡੋ ਓਪਨ ਕਰ ਲੈਂਦੇ ਹੋਵੋਗੇ, ਪ੍ਰੋਪਰਟੀ ਚੇਂਜ ਕਰ ਲੈਂਦੇ ਹੋਵੋਗੇ। ਮੈਨੂੰ ਆਸ ਹੈ ਕਿ ਤੁਸੀਂ ਇਹ ਸਿੱਖ ਲਿਆ ਹੋਵੇਗਾ। ਸੋ ਜੇਕਰ ਇੰਨਾ ਕੁਝ ਸਿੱਖ ਲਿਆ ਹੋਏਗਾ ਤਾਂ ਇਹ ਕੋਡ ਲਿਖਣਾ ਵੀ ਬਹੁਤ ਸੌਖਾ ਹੈ। ਜੇ ਨਹੀਂ ਸਿੱਖਿਆ ਤਾਂ ਫਿਰ ਆਮ ਸੌਰੀ, ਮੈਂ ਤਾਂ ਫਿਰ ਹੋਰ ਸਬਜੈਕਟ ਪੜ੍ਹਾ ਰਿਹਾ, ਹੋਰ ਫੰਕਸ਼ਨ ਕਰਵਾ ਰਿਹਾ ਤੇ ਮੈਂ ਪਿੱਛੇ ਨਹੀਂ ਜਾ ਸਕਦਾ। ਤਾਂ ਇੱਥੇ ਮਿਹਨਤ ਕਰ ਲਓ, ਜੇ ਨਹੀਂ ਕੀਤੀ ਤਾਂ ਕਰ ਲਓ, ਜੇ ਆਉਂਦਾ ਹੈ ਤਾਂ ਫਿਰ ਤੁਸੀਂ ਫੰਕਸ਼ਨ ਲਿਖ ਸਕਦੇ ਹੋ ਬਹੁਤ ਕਲੀਅਰਲੀ। ਸੋ ਸਾਈਨ ਫੰਕਸ਼ਨ ਵੀ ਤੁਸੀਂ ਇਸੇ ਤਰ੍ਹਾਂ ਲਿਖਣਾ ਹੈ, cos ਸੈਲ 1,1 ਇਕੁਅਲ ਟੂ ਸਾਈਨ। ਉਹਦੇ ਵਿੱਚ ਜਿਹੜੀ ਵੈਲਿਊ ਦਾ ਸਾਈਨ ਵੈਲਿਊ ਪਾਸ ਜਿਹੜੀ ਵੈਲਿਊ ਪਾਸ ਕਰੋਗੇ ਉਹਦਾ ਸਾਈਨ ਨੰਬਰ ਜਿਹੜਾ ਹੈਗਾ ਵਾ ਉਹ ਸਾਡੇ ਕੋਲ ਪ੍ਰੋਡਿਊਸ ਹੋ ਜਾਏਗਾ। ਦੂਸਰਾ cos, COS, cos ਵੀ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਵੈਲਿਊਜ਼ ਪਾਸ ਕਰ ਦਿਓ, ਤੁਹਾਨੂੰ ਇਹ cos ਦੀ ਵੈਲਿਊ ਦੱਸ ਦੇਵੇਗਾ। ਸੇਮ ਐਜ਼ ਇਟ ਇਜ਼ tan, tan ਵੀ ਇਸ ਤਰੀਕੇ ਨਾਲ ਵੈਲਿਊ ਦੱਸ ਦੇਗਾ। ਸੋ ਜਿਹੜਾ ਲਾਸਟ ਸਾਡੇ ਕੋਲ log ਹੈ, log ਫੰਕਸ਼ਨ ਵੀ ਅਸੀਂ ਯੂਜ਼ ਕਰਦੇ ਹਾਂ ਕੈਲਕੂਲੇਟਰ ਡਿਜ਼ਾਈਨ ਵਾਸਤੇ। ਸਾਈਨ ਜਦੋਂ ਸਾਇੰਟੀਫਿਕ ਕੈਲਕੂਲੇਟਰ ਡਿਜ਼ਾਈਨ ਕਰਦੇ ਆ, ਸਾਈਨ, ਕਾਸ, ਟੈਨ, ਕੋਜ਼ੈਂਟੈਂਟ, ਟੈਂਜੈਂਟ, ਇਹ ਸਾਰੇ ਜਿਹੜੇ ਆ log, ਪਾਵਰ, ਐਬਸੋਲੂਟ ਵੈਲਿਊ, ਐਕਸਪੋਨੈਂਟੇਸ਼ਨ, ਰਾਈਟ, ਫਿਰ ਰਾਉਂਡ ਅਪ, ਇਹ ਸਾਰੇ ਜਿਹੜੇ ਆ ਇਹ ਸਾਇੰਟੀਫਿਕ ਕੈਲਕੂਲੇਸ਼ਨ ਦੇ ਵਿੱਚ ਅਸੀਂ ਯੂਜ਼ ਕਰਦੇ ਆ। ਜਦੋਂ ਤੁਸੀਂ ਕੈਲਕੂਲੇਟਰ ਡਿਜ਼ਾਈਨ ਕਰੋਗੇ ਉਹਦੇ ਉੱਤੇ ਦੋ ਮੇਨੂ ਬਣਾਓ, ਇੱਕ ਸਟੈਂਡਰਡ ਕੈਲਕੂਲੇਸ਼ਨ, ਸਟੈਂਡਰਡ ਦੇ ਵਿੱਚ ਸਿਰਫ ਪਲੱਸ, ਮਾਈਨਸ, ਮਲਟੀਪਲਾਈ, ਡਿਵੀਜ਼ਨ, ਮੋਡੂਲਸ, ਔਰ ਸਾਇੰਟੀਫਿਕ ਦੇ ਵਿੱਚ ਇਹ ਜਿਹੜੇ ਸਾਰੇ ਆਪਸ਼ਨ ਜਿਹੜੇ ਸਾਈਨ, ਕਾਸ, ਟੈਨ, ਥੀਟਾ, ਸਾਰੇ ਜਿੰਨੇ ਵੀ ਪਾਈ ਦੀ ਵੈਲਿਊਸ ਹੈ ਆ ਜਾਂਦੀ ਹੈ, ਫਿਰ ਰਾਉਂਡ ਅਪ ਕਰਨਾ, ਫਿਰ ਤੁਸੀਂ ਐਕਸਪੋਨੈਂਸ਼ਨ ਕਰਨਾ, ਸਾਰੇ ਜਿਹੜੇ ਆਪਸ਼ਨ ਜਿਹੜੇ ਹੋਣੇ ਚਾਹੀਦੇ ਆ। ਜਦੋਂ ਵੀ ਕੈਲਕੂਲੇਟਰ ਬਣਾਉਣਾ ਉਦੋਂ ਦੋ ਆਪਸ਼ਨ ਦੇ ਨਾਲ ਬਣਾਉਣਾ, ਇੱਕ ਸਟੈਂਡਰਡ, ਇੱਕ ਸਾਇੰਟੀਫਿਕ, ਰਾਈਟ, ਤਾਂ ਕਿ ਤੁਹਾਡਾ ਜਿਹੜਾ ਐਕਸਪ੍ਰੈਸ਼ਨ ਵਧੀਆ ਬਣੇ। ਅੱਜ ਦੀ ਡੇਟ ਦੇ ਵਿੱਚ ਐਂਡਰੋਇਡ ਪ੍ਰੋਗਰਾਮਿੰਗ ਦਾ ਬਹੁਤ ਹੀ ਚਲਨ ਹੈ। ਬੇਸਿਕ ਪ੍ਰੋਗਰਾਮਿੰਗ ਸਿੱਖੋ, ਐਂਡਰੋਇਡ ਪ੍ਰੋਗਰਾਮਿੰਗ ਸਿੱਖਣੀ ਬਹੁਤ ਸੌਖੀ ਹੈ। ਤੁਸੀਂ ਛੋਟੇ ਛੋਟੇ ਪ੍ਰੋਗਰਾਮ ਬਣਾ ਕੇ ਆਪਣੇ ਤੁਸੀਂ ਗੂਗਲ ਦੇ ਉੱਤੇ ਤੁਸੀਂ ਪਬਲਿਸ਼ ਕਰ ਸਕਦੇ ਹੋ ਔਰ ਪੈਸੇ ਬਣਾਉਣ ਦਾ ਜ਼ਰੀਆ ਪੈਦਾ ਕਰ ਸਕਦੇ ਹੋ। ਅਸੀਂ ਪੜ੍ਹਦੇ ਵੀ ਇਸ ਕਰਕੇ ਹਾਂ ਕਿ ਜੌਬ ਕਰੀਏ, ਪੈਸੇ ਕਮਾਈਏ, ਤਾਂ ਕਿ ਸਾਡਾ ਜਿਹੜਾ ਹੈਗਾ ਵਾ ਬੇਸਿਕ ਜਿਹੜਾ ਹੈਗਾ ਜਿਹੜਾ ਘਰ ਦੀ ਹਾਲਤ ਹੈ ਉਹ ਠੀਕ ਹੋ ਜਾਵੇ। ਸੁਪਨੇ ਵੱਡੇ ਦੇਖੋ ਔਰ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਸੁਪਨੇ ਤਾਂ ਹੀ ਪੂਰੇ ਹੋਣਗੇ ਜੇ ਤੁਸੀਂ ਆਪਣੇ ਮਨ ਲਾ ਕੇ, ਚਿੱਤ ਲਾ ਕੇ ਪੜੋਗੇ। ਤਾਂ ਪ੍ਰੋਬਲਮ ਸ਼ੇਅਰ ਕਰੋ, ਅਗਰ ਪ੍ਰੋਬਲਮ ਕਿਸੇ ਨੂੰ ਆਉਂਦੀ ਹੈ ਤਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਕਿਸੇ ਦੀ ਪ੍ਰੋਬਲਮ ਸੋਲਵ ਕਰੋਗੇ ਤੁਹਾਨੂੰ ਬਹੁਤ ਸਾਰੇ ਜਿਹੜੇ ਸੋਲੂਸ਼ਨ ਹੈ ਆਪਣੇ ਆਪ ਹੀ ਲੱਭ ਜਾਣਗੇ। ਸੋ ਲਾਸਟ ਮੈਥਡ ਸਾਡੇ ਕੋਲ ਹੈ log। log ਦੇ ਵਿੱਚ ਅਸੀਂ ਕੀ ਕਰਦੇ ਹਾਂ, log ਦੇ ਵਿੱਚ ਇਸੇ ਤਰੀਕੇ ਨਾਲ ਜਿੱਦਾਂ ਅਸੀਂ ABS ਫੰਕਸ਼ਨ ਯੂਜ਼ ਕੀਤਾ ਇਸੇ ਤਰੀਕੇ ਨਾਲ ਹੀ ਫੰਕਸ਼ਨ ਯੂਜ਼ ਕਰਦੇ ਹਾਂ। log ਸਾਰੇ 10th ਕਲੀਅਰ ਕਰਕੇ ਆਏ ਹੋਣਗੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਥ ਦੀ ਕਿਤਾਬ ਦੇ ਪਿਛਲੇ ਪਾਸੇ log ਬੁੱਕ ਹੁੰਦਾ ਹੈ, ਉਹਦੇ ਉੱਤੇ ਤੁਸੀਂ log ਦੇਖਦੇ ਹੋ। ਪਤਾ ਨਹੀਂ ਦੇਖੇ ਕਿ ਨਹੀਂ ਦੇਖੇ ਤੁਸੀਂ, ਅਸੀਂ ਤਾਂ ਬਹੁਤ ਦੇਖੇ ਨੇ। ਸੋ ਉਸ ਤਰੀਕੇ ਨਾਲ ਅਗਰ log ਦੀ ਵੈਲਿਊ ਕਿਸੇ ਨੰਬਰ ਦੀ ਫਾਈਂਡ ਕਰਨੀ ਹੋਵੇ ਤਾਂ ਤੁਸੀਂ log ਮੈਥਡ ਨੂੰ ਯੂਜ਼ ਕਰਕੇ ਕਿਸੇ ਵੀ ਨੰਬਰ ਦੀ log ਵੈਲਿਊ ਨੂੰ ਫਾਈਂਡ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਸ ਕਰਕੇ ਕਿ ਮੇਰੇ ਕੋਲ ਅੱਜ ਸਕਰੀਨ ਸ਼ੇਅਰ ਨਹੀਂ ਹੋਈ ਮੇਰੇ ਕੰਪਿਊਟਰ ਦੀ, ਤਦ ਕਰਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਮੇਰੀਆਂ ਉਹ ਮੇਰੇ ਦਿਲ ਵਿੱਚ ਹੀ ਰਹਿ ਗਈਆਂ ਨੇ। ਸੋ ਮੈਂ ਉਹਨਾਂ ਨੂੰ ਐਕਸਪ੍ਰੈਸ ਕਰਨਾ ਚਾਹੁੰਦਾ ਸੀਗਾ ਐਜ਼ ਅ ਪ੍ਰੈਕਟੀਕਲ ਮੋਡੀਫਿਕੇਸ਼ਨ ਕਰਕੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਐਦਾਂ ਵੀ ਹੋ ਸਕਦਾ ਹੈ, ਐਦਾਂ ਵੀ ਹੋ ਸਕਦਾ ਹੈ, ਜੇ ਐਦਾਂ ਕਰੀਏ ਤਾਂ ਐਦਾਂ ਵੀ ਹੋ ਸਕਦਾ। ਸੋ
ਇਸ ਕਰਕੇ ਟੈਕਨੀਕਲੀ ਪ੍ਰੋਬਲਮ ਹੈ, ਸਾਡਾ ਕੋਈ ਇਸ਼ੂ ਨਹੀਂ ਹੈਗਾ, ਕੋਈ ਚੱਕਰ ਨਹੀਂ ਹੈ। ਸੋ ਜੇ ਕੋਈ ਕਿਸੇ ਦਾ ਕੁਐਸਚਨ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਮੇਰੇ ਤੋਂ। ਸਰ ਮੈਂ ਹੁਣ ਇਹਨਾਂ ਨੂੰ ਅਨਮਿਊਟ ਕਰਨ ਜਾ ਰਹੀ ਹਾਂ, ਰਾਈਟ? ਠੀਕ ਹੈ ਜੀ, ਤੁਸੀਂ ਜੀ। ਦੇਖਿਓ, ਰਾਈਟ। ਮਿਨੀਮਾਈਜ਼ ਕਰ ਨਿਰਭੈ ਸਿੰਘ ਨੂੰ ਲੈ ਕੇ ਹਾਂਜੀ ਕੋਮਲਜੀਤ ਕੌਰ ਜੀ। Sir, how are you? ਹਾਂਜੀ ਆਪਣਾ ਕੁਐਸਚਨ ਪੁੱਛੋ ਜੀ। साइन की वैल्यू साइन की वैल्यू कॉल प्लीज। हेलो अनम्यूट कर सकता ਮੈਮ ਤੁਸੀਂ ਸਿਰਫ ਉਹਨਾਂ ਨੂੰ ਅਨਮਿਊਟ ਕਰੋ ਜਿਹੜੇ ਕੁਐਸਚਨ ਪੁੱਛਣਾ ਚਾਹੁੰਦੇ ਨੇਗੇ, ਸਾਰਿਆਂ ਨੂੰ ਅਨਮਿਊਟ ਨਾ ਕਰੋ ਜੀ। हेलो सर, सर अनम्यूट करो बाकी स्टूडेंट को। हाँ जी हेलो किसी का क्वेश्चन है तो पूछ सकता है। Pradeep sir, you kindly ask, interact with your students sir, kindly. Students थोड़े present हैं, उन्होंने interact करो जरा। हेलो स्टूडेंट्स, जी बोलिए जी। बोलता म्यूट कर दें। हाँ जी बोलो बोलो जी, मैं सुन रहा आवाज थोड़ी। ਸਰ ਪਹਿਲਾ ਪੇਜ ਸ਼ੋ ਕਰਿਓ ਇਹਦਾ। तीनों मैडम शो करो पहला पेज मैडम। जी पहला जी सर। ਥੈਂਕ ਯੂ ਸਰ। हाँ थैंक यू सर। जिन्ना ने कोई भी क्वेश्चन पूछना है मोड़ ते जाके चैट ते मैसेज सेंड कर सकते हो, बाकी सारे म्यूट कर दो प्लीज।
हाँ, मेरा नाम एमा। साइन की वैल्यू डिग्री में निकलेगी, वो कैसे निकलेगी सर? जी, रामजीत कौर जी। सर रमजीत कौर कुछ पूछना चाह रही है। रमजीत कौर जी पूछो जी, प्लीज आस्क रमजीत कौर जी। जी सर सर राउंड फंक्शन समझाना। जी राउंड फंक्शन। राउंड ਰਾਉਂਡ ਫੰਕਸ਼ਨ। ਹਾਂਜੀ, ਰਾਉਂਡ ਫੰਕਸ਼ਨ ਮੈਂ ਦੱਸਣਾ ਤੁਹਾਨੂੰ। ਰਾਉਂਡ ਦੇ ਵਿੱਚ ਕੀ ਹੁੰਦਾ ਹੈ ਕਿ ਰਾਉਂਡ ਦੇ ਵਿੱਚ ਡੈਸੀਮਲ ਸਾਡੇ ਕੋਲ ਡੈਸੀਮਲ ਪੁਆਇੰਟਸ ਬਹੁਤ ਜ਼ਿਆਦਾ ਆਉਂਦੇ। ਸਪੋਜ਼ 7.7 ਸਾਡੇ ਕੋਲ ਇੱਕ ਵੈਲਿਊ, ਉਹ ਐਕਸਲ ਦੇ ਵਿੱਚ ਅਸੀਂ ਸ਼ੋ ਕਰਦੇ ਪਏ, ਉਹ ਚੰਗੀਆਂ ਨਹੀਂ ਲੱਗਦੀਆਂ। ਅਸੀਂ ਚਾਹੁੰਦੇ ਹਾਂ ਕਿ 7.2 ਵੈਲਿਊਜ਼ ਆਉਣ, 7 ਤੋਂ ਬਾਅਦ 2 ਵੈਲਿਊ ਕੋਈ ਸ਼ੋ ਕਰੇ, ਬਾਹਰੀ ਵੈਲਿਊ ਸ਼ੋ ਨਾ ਕਰੇ। ਤਾਂ ਉਹ ਅਸੀਂ ਟਰੰਕੇਟ ਕਰ ਸਕਦੇ ਵੈਕਿਊ ਵੈਲਿਊਜ਼, ਦੋ ਹੀ ਡੈਸੀਮਲ ਅਸੀਂ, ਤੇ ਬਾਕੀ ਵੈਲਿਊ ਜਿਹੜੀਆਂ ਹੈਗੀਆਂ, ਬਾਕੀ ਜਿਹੜੇ ਡੈਸੀਮਲ ਪੁਆਇੰਟਸ ਹੈਗੇ ਉਹਨੂੰ ਟਰੰਕੇਟ ਕਰ ਦੇਣਾ। ਇਸ ਕਰਕੇ ਅਸੀਂ ਰਾਉਂਡ ਫੰਕਸ਼ਨ ਯੂਜ਼ ਕਰਦੇ ਹਾਂ। ਇਹਦੇ ਵਿੱਚ ਸਿੰਟੈਕਸ ਦਿੱਤਾ ਹੋਇਆ ਰਾਉਂਡ ਬ੍ਰੈਕਟ ਸ਼ੁਰੂ 7.2567, ਯਾਨੀ ਅਸੀਂ 7.26 ਰੱਖਣਾ ਚਾਹੁੰਦੇ ਹਾਂ, ਬਾਕੀ ਜਿਹੜੀਆਂ ਵੈਲਿਊਜ਼ ਹੈਗੀਆਂ ਉਹਨੂੰ ਟਰੰਕੇਟ ਕਰ ਦੇਣਾ ਚਾਹੁੰਦੇ ਹਾਂ। ਸੋ ਇਸ ਕਰਕੇ ਅਸੀਂ ਇਹ ਯੂਜ਼ ਕਰਦੇ ਹਾਂ। ਜਦੋਂ ਸਾਡੇ ਕੋਲ ਅਸੀਂ ਰੈਂਡਮਲੀ ਡਾਟਾ ਜਦੋਂ ਫਾਈਂਡ ਕਰਦੇ ਹਾਂ ਨਾ, ਤਾਂ ਸਾਡੇ ਕੋਲ ਡਬਲ ਵੈਲਿਊਜ਼ ਬਹੁਤ ਆਉਂਦੀਆਂ ਨੇ। ਡਬਲ ਵੈਲਿਊਜ਼ ਦੇ ਨਾਲ ਸਾਡੇ ਜਿਹੜੇ ਸੈਲਸ ਹੈਗੇ ਆ ਉਹ ਬਹੁਤ ਸਾਰੇ ਵੱਡੇ ਹੋ ਜਾਂਦੇ ਨੇ, ਬਹੁਤ ਸਾਰੀਆਂ ਵੈਲਿਊਜ਼ ਹੋ ਜਾਂਦੀਆਂ। ਉਹ ਆਪਣੀ ਡਿਸਟਰਬਡ ਜਿਹੜੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਟਰੰਕੇਟ ਕਰ ਦਿੰਦੇ ਅਸੀਂ। ਸੋ ਇਹ ਟਰੰਕੇਟ ਕਰ ਹਾਂਜੀ ओके। ਰਾਉਂਡ ਮੈਥਡ ਨੂੰ ਯੂਜ਼ ਕਰਦੇ ਹਾਂ। मनप्रीत जी, हाँ जी क्वेश्चन पूछिए मनप्रीत मैम जी। मनप्रीत कौर काइंडली आस्क क्वेश्चन। मनप्रीत जी अनम्यूट करके आप पूछिए सवाल अपना। मनप्रीत जी सवाल पूछ सकते हो। ਮੋਡ, ਇਹਨਾਂ ਨੇ ਮੋਡ ਪੁੱਛਿਆ। ਮੋਡ ਦਾ ਕੰਮ ਕੀ ਹੈ? जी जी ਮੋਡ ਬੇਸਿਕਲੀ ਜਦੋਂ ਅਸੀਂ ਦੋ ਨੰਬਰਸ ਨੂੰ ਭਾਗ ਦਿੰਨੇ ਆ, ਡਿਵਾਈਡ ਕਰਦੇ ਆ, ਤੇ ਜਿਹੜਾ ਬਾਕੀ ਬਚਦਾ ਆ ਉਹਨੂੰ ਅਸੀਂ ਮੋਡ ਕਹਿੰਦੇ ਆ। ਬਾਕੀ ਜਿਵੇਂ 10 ਨੂੰ ਅਸੀਂ ਤਕਸੀਮ ਕਰਨਾ ਹੈ 3 ਦੇ ਨਾਲ, ਠੀਕ ਹੈ ਜੀ, ਤੇ 3 ਤੇ 9, ਬਾਕੀ ਕਿੰਨਾ ਬਚਿਆ? 1, ਠੀਕ ਹੈ, ਉਹਨੂੰ ਅਸੀਂ ਮੋਡ ਆਖਦੇ ਹਾਂ। ਹਾਂਜੀ ਹਾਂਜੀ, ਕਿਰਨਜੀਤ ਕੌਰ, ਮਨਪ੍ਰੀਤ ਕੌਰ, ਆਪਣਾ ਤੁਸੀਂ ਸਵਾਲ ਪੁੱਛ ਸਕਦੇ ਹੋ। सर मेरा क्वेश्चन है कि वो नंबर को ਤੁਹਾਡੀ ਆਵਾਜ਼ ਨਹੀਂ ਆ ਰਹੀ ਸਹੀ। सर वो नंबर को टेक्स्ट में कैसे कन्वर्ट, टेक्स्ट कैसे माना जाएगा सर? नंबर को आपने बोला ना सर परसेंट में बदलना पड़ेगा। हाँ, वो परसेंट जब आप कन्वर्ट टू पार्ट जब आप इनपुट बॉक्स यूज करेंगे ना, हाँ सर, जब आप इनपुट बॉक्स यूज करेंगे उसमें वैल्यू डालेंगे, तो जो इनपुट बॉक्स में वैल्यू डलती है वो बेसिकली बाय डिफॉल्ट टेक्स्ट होती है। अगर इनपुट बॉक्स में 2 डालते हैं, आपको तो पता है ये नंबर है, मगर कंप्यूटर उसको ट्रीट करेगा, टेक्स्ट ट्रीट करेगा। तो उस नंबर को टेक्स्ट को कन्वर्ट करने के लिए हम वो परसेंट फंक्शन को यूज करेंगे ताकि हम उस नंबर को ऐड कर सकें।